जो जन ले कसम का नाम तिनके सत बलिहारे जाओ। जो जन ले कसम का नाम तिनके सत बलिहारे जाओ। संत जना मिल हर जस गाया, कोट जन्म के दुख गवाया। जो चाहत सोई मन पाया। पाद पंकज बंदन सिमरो अंगद दोख निकंदन। अमरदास गुर हृदय त्यागो, गुर हृदय त्यागो। श्री गुरु रामदास गुण गावो। श्री अर्जन विघ्नन के नाशक, विघ्नन के नाशक। हर गोविंद शोभ सुमत प्रकाशक। श्री हर राय नामो कर जोरी, नामो कर जोरी। गुर हर कृष्ण मनाए बहोरी। तेग बहादुर परम कृपाला, परम कृपाला। श्री गुरु गोविंद सिंह विशाला। तरुण तरा पार पुन पुन सीसा, पुन पुन सीसा। बंदा बार बार जगदीशा। जिसमें अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन का वंदना सिर चरणन प्रतार। एक ओंकार सतगुरु तेह प्रसाद सच होय। वाहिगुरु जी की फतेह विघ्न विनाशन सोय। सतनाम श्री वाहिगुरु साहिब जी। सतनाम श्री वाहिगुरु साहिब जी। श्री गुरनाथ भन्यो डर ना और, बालक के रखवार रमापत। भावी डरै नह को कित जावे, बनै तसरीत मिटै न कदाचित। श्री गुरनाथ भन्यो ना डर और। परम सन्मान जो गुरु रूप गुरु खालसा साध संगत जी। वाहिगुरु जी का खालसा, वाहिगुरु जी की फतेह। आप सर्बत संतां
ਬਹੁਤ ਬਹੁਤ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਅੰਦਰ ਜੁੜ ਕਰਕੇ ਇਹਨਾਂ ਸ਼ਹੀਦੀ ਗੁਰਮਤਿ ਸਮਾਗਮਾਂ ਦੇ ਅੰਦਰ ਸਤ ਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਮਨ ਅਤੇ ਚਿੱਤ ਦੀ ਬਿਰਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗੁਰੂ ਕੀ ਵਡਾਲੀ ਸਾਹਿਬ ਸਤਿਗੁਰਾਂ ਦੇ ਪਾਵਨ ਅਵਤਾਰ ਪ੍ਰਕਾਸ਼ ਅਸਥਾਨ ਤੇ ਉਸ ਗ੍ਰਹਿ ਵਿਖੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਾਮ ਦੇ ਵਕਤ ਵਿਰਾਜਣ ਵਾਸਤੇ ਆਏ ਹੈ। ਤਾਂ ਮਾਤਾ ਗੰਗਾ ਜੀ ਨੇ ਸਤਿਗੁਰਾਂ ਦੇ ਜੋ ਮਹਿਲ ਹਨ, ਸਾਡੇ ਪੂਜਨੀਕ ਮਾਤਾ ਜੀ ਹਨ। ਮਾਤਾ ਗੰਗਾ ਜੀ ਨੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਗੁਰੂ ਘਰ ਦੇ ਦੁਖੀਆਂ ਤੇ ਵਿਰੋਧੀਆਂ ਵੱਲੋਂ ਆਪ ਜੀ ਦੇ ਸਾਹਿਬਜ਼ਾਦੇ ਉੱਤੇ ਬੜੇ ਕੋਢੇ ਢੰਗ ਦੇ ਨਾਲ ਮਾਰੂ ਹਮਲੇ ਕੀਤੇ ਜਾ ਰਹੇ ਹਨ। ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦਾ ਇਹ ਦੁਖੀ ਲੋਕ ਨੁਕਸਾਨ ਕਰਨਾ ਚਾਹੁੰਦੇ ਹੈ। ਮੇਰੀ ਇੱਛਾ ਹੈ ਕਿ ਆਪਾਂ ਇਹ ਨਗਰ ਨੂੰ ਤਿਆਗ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲੀਏ ਔਰ ਉੱਥੇ ਹਰ ਤਰ੍ਹਾਂ ਕਰਕੇ ਸੰਗਤਾਂ ਦੀ ਵੀ ਬਹੁਤ ਵੱਡੀ ਵਸੋਂ ਹੈ ਔਰ ਹਰ ਤਰ੍ਹਾਂ ਕਰਕੇ ਸੰਗਤਾਂ ਵੀ ਛੇਵੇਂ ਪਾਤਸ਼ਾਹ ਭਾਵ ਸਾਹਿਬਜ਼ਾਦੇ ਦੀ ਰੱਖਿਆ ਵਿੱਚ ਹਰ ਤਰ੍ਹਾਂ ਕਰਕੇ ਸਹਾਇਕ ਹੋਣਗੀਆਂ ਔਰ ਉੱਥੇ ਰਹਿਣ ਦੇ ਨਾਲ ਹਰ ਤਰ੍ਹਾਂ ਦੇ ਚਿੰਤਾ ਡਰ ਭੈ ਤੋਂ ਮੁਕਤ ਰਹਾਂਗੇ। ਇੱਥੋਂ ਤੱਕ ਬੇਨਤੀਆਂ ਮਾਤਾ ਜੀ ਨੇ ਕੀਤੀਆਂ ਹਨ। ਇਸ ਤੋਂ ਅੱਗੇ ਜਿਵੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਾਤਾ ਜੀ ਨੂੰ ਧੀਰਜ ਬਖਸ਼ਿਸ਼ ਕਰ ਰਹੇ ਹਨ, ਆਪ ਸੰਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਗੁਰਨਾਥ ਭੰਨਿਓ ਡਰ ਨਾ ਔਰ। ਸ਼੍ਰੋਮਣੀ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲੋਕਾਈ ਦੇ ਮਾਲਕ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰਾਂ ਨੇ ਸੁਭਾਵਕ ਸੁਤੇ ਸਿੱਧ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕੀਤਾ ਹੈ, ਗੰਗਾ ਜੀ ਹਿਰਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਭੈ ਨਾ ਰੱਖੋ। ਡਰਨ ਦੀ ਲੋੜ ਨਹੀਂ, ਭੈ ਨਹੀਂ ਆਪਣੇ ਮਨ ਵਿੱਚ ਲਿਆਉਣ ਦੀ ਲੋੜ ਹੈ। ਨਿਸ਼ਚਿੰਤ ਹਰ ਤਰ੍ਹਾਂ ਕਰਕੇ ਰਹਿਣਾ ਕਰੋ। ਬਾਲਕ ਕੇ ਰਖਵਾਰ ਰਮਾਪਤ। ਇਸ ਬਾਲਕ ਦੇ ਸਾਹਿਬਜ਼ਾਦੇ ਦੇ ਰਖਵਾਰਾ ਜੋ ਮਾਇਆ ਦਾ ਕੁਦਰਤ ਦਾ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹ ਇਸ ਬਾਲਕ ਦੀ ਆਪ ਰੱਖਿਆ ਕਰੇਗਾ। ਆਪਣੇ ਬਾਲਕ ਆਪ ਰੱਖਿਆਨ। ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤੇ ਹਨ, ਗੁਰ ਕਾ ਸ਼ਬਦ ਰਖਵਾਰੇ। ਇਉਂ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ ਇਸ ਬਾਲਕ ਦੇ ਰਖਵਾਰੇ, ਰੱਖਿਆ ਕਰਨ ਵਾਲਾ ਆਪ ਅਕਾਲ ਪੁਰਖ ਵਾਹਿਗੁਰੂ ਰੱਖਿਅਕ ਹੋ ਕੇ ਰੱਖਿਆ ਕਰੇਗਾ। ਭਾਵੀ ਡਰੈ ਨਹਿ ਕੋ ਕਿਤ ਜਾਏ। ਜਿਹੜੀ ਵਾਹਿਗੁਰੂ ਦੀ ਭਾਵੀ ਹੈ, ਹੁਕਮ ਹੈ, ਜੋ ਉਸ ਦੀ ਰਜਾ ਹੈ, ਉਸ ਨੂੰ ਕੋਈ ਟਾਲ ਨਹੀਂ ਸਕਦਾ, ਰੋਕ ਨਹੀਂ ਸਕਦਾ। ਭਾਵੇਂ ਕੋਈ ਕਿਤੇ ਵੀ ਚਲਿਆ ਜਾਏ ਬਚਣ ਵਾਸਤੇ ਔਰ ਭਾਵੀ ਦੇ ਵਾਰ ਤੋਂ ਆਪਣੇ ਆਪ ਨੂੰ ਕਿਤੇ ਵੀ ਜਾ ਕਰਕੇ ਲੁਕੋ ਕੇ ਬਚ ਕੇ ਰਹਿਣਾ ਚਾਹੇ ਤਾਂ ਭਾਵੀ ਕਿਸੇ ਨੂੰ ਇਸ ਤਰ੍ਹਾਂ ਜੋ ਵਾਹਿਗੁਰੂ ਦਾ ਹੁਕਮ ਹੈ, ਉਹ ਉਸ ਦੀ ਰਜਾ ਜੋ ਆਗਿਆ ਹੈ ਉਹ ਵਰਤਦੀ ਆ, ਉਸ ਨੂੰ ਕੋਈ ਰੋਕ ਨਹੀਂ ਸਕਦਾ ਹੈ। ਬਨਾ ਤਿਸ ਰੀਤ ਮਿਟੈ ਨਾ ਕਦਾਚਿਤ। ਕਦੇ ਵਾਸਤੇ ਵੀ ਜੋ ਵਾਹਿਗੁਰੂ ਪਰਮੇਸ਼ਰ ਚਾਹੁੰਦਾ ਉਹਦੀ ਰਜਾ ਹੈ, ਆਗਿਆ ਹੈ,
ਉਹ ਕਦੇ ਟਲਦੀ ਨਹੀਂ ਔਰ ਮਿਟਦੀ ਨਹੀਂ। ਉਹ ਜਿਵੇਂ ਚਾਹੁੰਦਾ ਉਵੇਂ ਬਣਦਾ, ਉਵੇਂ ਹੁੰਦਾ ਹੈ। ਆਸ ਕਰੋ ਪਰਮੇਸ਼ਰ ਕੀ ਜੈਸੋ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਤੋਂ ਉੱਚਾ ਹੈ, ਈਸ਼ਵਰਾਂ ਦਾ ਵੀ ਈਸ਼ਵਰ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਹੀ ਭਰੋਸਾ ਕਰੋ। ਇਹ ਨਹਿ ਔਰ ਵੱਡੋ ਸੁਖ ਦਾ ਹਿਤ। ਉਸ ਤੋਂ ਵੱਡਾ ਹੋਰ ਸੰਸਾਰ ਵਿੱਚ ਸੁਖ ਦੇਣ ਵਾਲਾ ਕੋਈ ਹੋਰ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਦੇ ਹਿੱਤ ਵਿੱਚ ਆਪ ਸਹਾਈ ਹੋ ਕੇ ਜੀਵਾਂ ਦੀ ਸਹਾਇਤਾ ਕਰਦਾ ਹੈ। ਉਸੇ ਉੱਤੇ ਹੀ ਭਰੋਸਾ ਵਿਸ਼ਵਾਸ ਰੱਖਣਾ ਹੈ। ਤਰਾਸ ਬਿਨਾ ਕਿਮ ਤਰਾਸ ਕਰੈ। ਕਿਉਂ ਤੁਸੀਂ ਤਰਾਸ ਬਿਨਾ ਕਿਮ ਤਰਾਸ ਕਰੈ। ਵਾਹਿਗੁਰੂ ਦੀ ਸ਼ਰਨ ਵਿੱਚ ਆਪਾਂ ਨੂੰ ਕਾਹਦਾ ਡਰ ਹੈ, ਕਾਹਦਾ ਭੈ ਹੈ, ਕਾਹਦਾ ਤੌਖਲਾ ਹੈ। ਇਸ ਕਰਕੇ ਵਾਹਿਗੁਰੂ ਦੀ ਕਿਰਪਾ ਹੈ। ਕਿਸੇ ਵੀ ਤਰ੍ਹਾਂ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਰ ਭੈ ਨਾ ਕਰੋ। ਆਪਣੇ ਹਿਰਦੇ ਵਿੱਚ ਸਿਮਰੋ ਸਤਨਾਮ ਵਿਸਾਲ ਸਦਾ ਚਿਤ। ਜੋ ਵਾਹਿਗੁਰੂ ਪਰਮੇਸ਼ਰ ਦਾ ਸਭ ਤੋਂ ਵੱਡਾ ਨਾਮ ਸਤਨਾਮ ਵਾਹਿਗੁਰੂ ਹੈ। ਸੱਚਾ ਜਿਸ ਵਾਹਿਗੁਰੂ ਦਾ ਨਾਮ ਹੈ, ਉਹ ਸਦਾ ਆਪਣੇ ਚਿੱਤ ਵਿੱਚ ਉਸ ਪਰਮੇਸ਼ਰ ਦੇ ਨਾਮ ਦਾ ਅੱਠੇ ਪਹਿਰ ਸਿਮਰਨ ਕਰਨਾ ਕਰੋ। ਉਸ ਨੂੰ ਯਾਦ ਰੱਖੋ ਮਨ ਵਿੱਚ। ਕੂਟ ਮਹਾ ਕਪਟੀ ਪ੍ਰਿਥਿਆ। ਉਸ ਵਕਤ ਮਾਤਾ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ, ਜਿਹੜਾ ਪ੍ਰਿਥਿਆ ਹੈ ਇਹ ਬੜਾ ਕਪਟੀ ਹੈ, ਭਾਵ ਧੋਖਾ ਦੇਣ ਵਾਲਾ ਹੈ, ਧੋਖੇਬਾਜ਼ ਹੈ ਔਰ ਬਹੁਤ ਵੱਡਾ ਮੂਰਖ ਹੈ ਔਰ ਬੜਾ ਗੁੱਝਾ ਸ਼ਤਰੂ ਹੈ। ਉੱਤੋਂ ਨਹੀਂ ਪਤਾ ਲੱਗਣ ਦਿੰਦਾ, ਅੰਦਰੋਂ ਬਹੁਤ ਜ਼ਿਆਦਾ ਇਸ ਦੇ ਮਨ ਵਿੱਚ ਖੁਟਿਆਈ ਹੈ। ਬਾਹਰੋਂ ਪਤਾ ਨਾ ਲੱਗਣ ਦੇਣਾ, ਅੰਦਰੋਂ ਹਰ ਤਰ੍ਹਾਂ ਦੀ ਚਾਲ ਖੋਟੀ ਚੱਲਦੇ ਰਹਿਣਾ ਔਰ ਕੋਈ ਅੰਦਾਜ਼ਾ ਵੀ ਨਾ ਲਾ ਸਕੇ। ਐਸਾ ਛੜੀਆ ਦੁਖੀ ਹੈ ਜੋ ਪ੍ਰਿਥਿਆ ਹੈ ਗੁਰੂ ਘਰ ਦਾ। ਨਾ ਦੇਖ ਸਕਾ ਪਰ ਕੀ ਵਡਿਆਈ। ਉਹ ਪਰਾਏ ਦੀ ਆਪਣੇ ਤੋਂ ਬਿਨਾਂ ਕਿਸੇ ਹੋਰ ਦੀ ਵਡਿਆਈ, ਕਿਸੇ ਹੋਰ ਦਾ ਮਾਣ ਹੁੰਦਾ, ਮਹਿਮਾ ਹੁੰਦੀ, ਸਨਮਾਨ ਹੁੰਦਾ ਜਾਂ ਸੰਗਤਾਂ ਕਿਸੇ ਤਰ੍ਹਾਂ ਕਰਕੇ ਪੂਰਾ ਕਰਦੀਆਂ, ਉਹ ਕਦੇ ਵੀ ਸਹਾਰ ਨਹੀਂ ਸਕਦਾ। ਉਸ ਦੇ ਮਨ ਵਿੱਚ ਬੜੀ ਭਾਰੀ ਈਰਸ਼ਾ ਹੈ। ਬਾਹਰ ਪ੍ਰੇਮ ਕਰੇ ਹਿਤ ਭਗਤ। ਜਦੋਂ ਇੱਥੇ ਆਉਂਦਾ ਜਾਂ ਮਿਲਦਾ ਉਦੋਂ ਬਾਹਰੋਂ ਬੜਾ ਪ੍ਰੇਮ ਕਰਕੇ ਦਿਖਾਉਂਦਾ। ਜਦੋਂ ਸਤਿਗੁਰੂ ਜੀ ਨੂੰ ਅੰਮ੍ਰਿਤਸਰ ਸਾਹਿਬ ਲੈ ਕੇ ਜਾਣਗੇ ਨਾ, ਤਾਂ ਪ੍ਰਿਥੀਆ ਮਿਲਣ ਵਾਸਤੇ ਰੋਜ਼ ਆਉਂਦਾ। ਛੇਵੇਂ ਪਾਤਸ਼ਾਹ ਜੀ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਬੜਾ ਦੁਲਾਰ ਪਿਆਰ ਕਰਦਾ, ਸੰਗਤਾਂ ਨੂੰ ਵਿਖਾਉਂਦਾ ਕਿ ਮੈਂ ਬਹੁਤ ਪਿਆਰ ਕਰਦਾ ਹਾਂ, ਪਰ ਅੰਦਰੋਂ ਬੜਾ ਕਪਟੀ ਹੈ। ਇਸ ਕਰਕੇ ਬਾਹਰੋਂ ਤਾਂ ਬੜਾ ਹਿੱਤ ਔਰ ਪ੍ਰੇਮ ਕਰਕੇ ਵਿਖਾਉਂਦਾ ਅਤੇ ਚੰਗੇ ਹਿੱਤ ਵਾਲੇ ਬੋਲ ਬੋਲਦਾ ਹੈ। ਰਾਖਤ ਖੋਟ ਹਿਰਦੈ ਦੁਸ਼ਟਾਈ। ਆਪਣੇ ਹਿਰਦੇ ਵਿੱਚ ਖੋਟ ਅਤੇ ਦੁਸ਼ਟਤਾਈ, ਨੀਚਤਾਈ, ਬੁਰਾ ਕਰਨ ਵਾਲੀ ਸੋਚ ਰੱਖਦਾ ਹੈ। ਫੇਰ ਹਮਕੋ ਦੁਖ ਪਾਵਤ। ਸਾਨੂੰ ਦੇਖ ਕੇ ਤਾਂ ਬਹੁਤਾ ਹੀ ਦੁਖੀ ਹੁੰਦਾ, ਦੁੱਖ ਪਾਉਂਦਾ ਹੈ, ਸਹਾਰ ਨਹੀਂ ਸਕਦਾ। ਜਾਂ ਹਿਤ ਠਾਨ ਅਨੇਕ ਉਪਾਈ। ਸਾਡਾ ਨੁਕਸਾਨ ਕਰਨ ਵਾਸਤੇ ਤਾਂ ਹਰ ਤਰ੍ਹਾਂ ਦੇ ਉਪਾਅ ਯਤਨ ਕਰਨ ਵਾਸਤੇ ਤਰਤੀਬਾਂ, ਸਕੀਮਾਂ, ਵਿਚਾਰਾਂ ਸੋਚਦਾ ਹੀ ਘਟਦਾ ਰਹਿੰਦਾ ਹੈ। ਜਾਂ ਤੇ ਰਹੋ ਤਿਸ ਤੇ ਹੋਏ ਦੂਰ। ਇਸ ਕਰਕੇ ਮਹਾਰਾਜ ਮਾਤਾ ਜੀ ਕਹਿੰਦੇ ਆ, ਇਹ ਸੱਚੇ ਪਾਤਸ਼ਾਹ ਇਹੋ ਜੇ ਖੋਟ ਰੱਖਣ ਵਾਲੇ ਛੜੀਏ ਸ਼ਤਰੂ ਤੋਂ ਦੂਰ ਹੀ ਰਹਿਣਾ ਯੋਗ ਹੈ। ਭਲੀ ਨਾ ਸ਼ਰੀਕਨ ਕੀ ਕੁਟਲਾਈ। ਸ਼ਰੀਕਿਆਂ ਦੀ ਜਿਹੜੀ ਕੁਟਲਤਾ ਉਹ ਚੰਗੀ ਨਹੀਂ ਹੈ, ਉਹ ਕਦੇ ਵੀ ਨੁਕਸਾਨ ਕਰ ਸਕਦੇ ਹਨ। ਯੋ ਕਹਿ ਸ੍ਰੀ ਗੁਰ ਤੂਸ਼ਨ ਕੀਨ। ਇਉਂ ਕਹਿ ਕੇ ਮਾਤਾ ਜੀ ਜਦੋਂ ਚੁੱਪ ਕਰ ਗਏ ਨਾ, ਤਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਵੀ ਅੱਗੋਂ ਕੋਈ ਬਚਨ ਨਾ ਕੀਤਾ, ਆਪ ਸ਼ਾਂਤ ਚਿੱਤ ਹੋ ਕੇ ਸੁਣਦੇ ਰਹੇ। ਵਿਚਾਰਤ ਨਾਰ ਸੁਭਾਵ ਨਾ ਤਰਾਸ। ਹਿਰਦੇ ਵਿੱਚ ਵਿਚਾਰਦੇ ਹੈ ਕਿ ਮਾਤਾ ਦੀ ਜੋ ਮਮਤਾ ਹੋਈ ਹੈ,
ਮਮਤਾ ਕਰਕੇ ਮਾਵਾਂ ਦੇ ਮਨ ਵਿੱਚ ਹਰ ਤਰ੍ਹਾਂ ਦਾ ਤੌਖਲਾ ਅਤੇ ਡਰ ਹੋਇਆ ਕਰਦਾ। ਇਹ ਸੁਭਾਵਕ ਇਹਨਾਂ ਦੇ ਮਨ ਵਿੱਚ ਇਹੋ ਜਿਹੀ ਵਿਚਾਰ ਹੈ। ਸੋਚਤ ਹੈ ਸੁਤ ਧਾਰ ਸਨੇਹ ਇਹ ਤਾਂ ਪੁੱਤਰ ਦਾ ਬਹੁਤਾ ਸਨੇਹ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ ਇਹੋ ਜਿਹੀ ਸੋਚ ਸੋਚਦੇ ਆ। ਜਾਣਤ ਹੈ ਨਾ ਇਹ ਬਲ ਰਾਸਾ। ਇਸ ਗੱਲ ਨੂੰ ਇਹ ਨਹੀਂ ਜਾਣਦੇ ਹਨ ਕਿ ਸਾਡੇ ਸਾਹਿਬਜ਼ਾਦੇ ਸਰਵ ਸ਼ਕਤੀਮਾਨ ਸਰਵ ਕਲਾ ਸਮਰੱਥ ਸਾਰੀਆਂ ਤਾਕਤਾਂ ਦੀ ਖਾਨ ਹਨ। ਬੜੇ ਵੱਡੇ ਵੀਰ ਬਲੀ ਬਹਾਦਰ ਸ਼ੂਰਬੀਰ ਯੋਧੇ ਹਨ। ਵੱਡੀ ਤੋਂ ਵੱਡੀ ਤਾਕਤ ਸ਼ਕਤੀ ਦੇ ਮਾਲਕ ਹਨ। ਧੀਰਜ ਸ਼ੋਰ ਡਰਾ ਕੁਲ ਬੋਲਤ। ਇਹ ਗੰਗਾ ਜੀ ਧੀਰਜ ਨੂੰ ਛੱਡ ਕੇ ਭੈਦਾਇਕ ਐਸੇ ਬਚਨ ਕਹਿ ਰਹੇ ਆਪਣੀ ਰਸਨਾ ਤੋਂ। ਬਾਪ ਸੁਨੇ ਅਸ ਹੋਤ ਉਦਾਸ। ਕਹਿੰਦੇ ਜਦੋਂ ਇਹਨਾਂ ਦੇ ਕੰਨਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਵੇਖਦੇ ਆ ਜਾਂ ਸ਼ਤਰੂਆਂ ਦੀਆਂ ਗੱਲਾਂ ਸੁਣਦੇ ਆ ਫਿਰ ਇਹਨਾਂ ਦਾ ਮਨ ਉਦਾਸ ਹੋ ਜਾਂਦਾ ਹੈ। ਚਾਹਤ ਹੈ ਪੁਰ ਮੇ ਬਸ ਬੇ ਕਹੋ। ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਤੇ ਉੱਥੇ ਵਸਣਾ ਚਾਹੁੰਦੇ ਆ। ਪਾਸ ਸ਼ਰੀਕਨ ਕੇਰ ਅਵਾਸਾ। ਤੇ ਜਿਹੜੇ ਸ਼ਰੀਕਾਂ ਦਾ ਇੰਨਾ ਭੈ ਹੈ ਉਹਨਾਂ ਸ਼ਰੀਕਾਂ ਦੇ ਕੋਲ ਹੀ ਜਾ ਕੇ ਰਹਿਣਾ ਵਸਣਾ ਚਾਹੁੰਦੇ ਆ। ਦੇਖੋ ਇਹਨਾਂ ਦੇ ਮਨ ਵਿੱਚ ਕੈਸੀ ਵਿਚਾਰ ਆ ਰਹੀ ਹੈ। ਜੋ ਚਿਤ ਮੈਂ ਚਿਤਵੰਤ ਦਇਆਨਿਤ। ਦਇਆ ਦੇ ਖਜ਼ਾਨੇ ਧੰਨ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਵਿਚਾਰ ਕਰਦੇ ਆ ਮਾਤਾ ਜੀ ਦੇ ਬਾਰ-ਬਾਰ ਕਹਿਣ ਤੋਂ। ਏਤ ਪ੍ਰਸੰਨ ਕੇ ਬੈਨ ਕਹੇ। ਉਸ ਵਕਤ ਮਾਤਾ ਜੀ ਨੂੰ ਪ੍ਰਸੰਨ ਕਰਨ ਵਾਸਤੇ ਆਪਣੇ ਮਹਿਲਾਂ ਨੂੰ ਪ੍ਰਸੰਨ ਕਰਨ ਵਾਸਤੇ ਪ੍ਰਸੰਨ ਰੱਖਣ ਵਾਸਤੇ ਸਤਿਗੁਰਾਂ ਨੇ ਬਚਨ ਕੀਤਾ। ਬਾਸੁਰ ਕੇਤਕ ਬਾਸ ਕਰੋ ਇਤ। ਕਹਿਣ ਲੱਗੇ ਥੋੜੇ ਜਿਹੇ ਦਿਨ ਆਪਾਂ ਹੋਰ ਇੱਥੇ ਗੁਰੂ ਕੀ ਬਡਾਲੀ ਸਾਹਿਬ ਵਿੱਚ ਰਹਿ ਕੇ ਆਪਣਾ ਨਿਵਾਸ ਰੱਖੀਏ ਰਹਿਣਾ ਕਰੀਏ। ਫੇਰ ਕਰਾਂ ਚਿਤ ਤੋਰ ਚਾਹੇ। ਜਿਵੇਂ ਤੇਰਾ ਚਿੱਤ ਚਾਹੇਗਾ ਉਵੇਂ ਹੀ ਕਰਾਂਗੇ। ਜੋ ਤੂੰ ਚਾਹੁੰਦੀ ਆ ਉਸੇ ਤਰ੍ਹਾਂ ਹੀ ਅਸੀਂ ਤੇਰਾ ਬਚਨ ਬੇਨਤੀ ਦੇ ਰੂਪ ਦੇ ਵਿੱਚ ਮੰਨਾਂਗੇ। ਬਾਲਕ ਕੋ ਪ੍ਰਤਪਾਲ ਕਰੋ ਨਿਤ। ਨੇਤਾ ਪ੍ਰਤੀ ਇਸ ਬਾਲਕ ਦੀ ਅਜੇ ਛੋਟੀ ਉਮਰ ਹੈ ਸਾਹਿਬਜ਼ਾਦੇ ਦੀ। ਇਸ ਦੀ ਪਾਲਣਾ ਅਤੇ ਸੰਭਾਲ ਕਰਨਾ ਇਹ ਤੁਹਾਡਾ ਫਰਜ਼ ਹੈ। ਹੋਏ ਵਿਸਾਲ ਆਨੰਦ ਲਹੇ। ਗੁਰੂ ਮਹਾਰਾਜ ਵੱਲ ਪਿੱਠ ਨਾ ਕਰ। ਸੋ ਸਾਧ ਸੰਗਤ ਜੀ ਉਸ ਵਕਤ ਮਹਾਰਾਜ ਕਹਿਣ ਲੱਗੇ ਕਿ ਬਾਲਕ ਦੀ ਪ੍ਰਤਪਾਲਣਾ ਕਰੋ। ਜਦੋਂ ਵੱਡੇ ਹੋ ਗਏ ਫਿਰ ਤੁਹਾਨੂੰ ਬਹੁਤ ਆਨੰਦ ਖੁਸ਼ੀਆਂ ਅਤੇ ਖੇੜੇ ਪ੍ਰਾਪਤ ਹੋਣਗੇ। ਕੰਦ ਨਿਸਰੋਨ ਸੁਣੀ ਹਰ ਕੀ ਔਰ। ਜਦੋਂ ਮਾਤਾ ਗੰਗਾ ਜੀ ਨੇ ਐਸੇ ਬਚਨ ਸੁਣੇ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ ਆ ਮਨ ਵਿੱਚ। ਛੋੜ ਹੈ ਗ੍ਰਾਮ ਕੋ ਬਾਸ ਇਹ। ਹੁਣ ਮਹਾਰਾਜ ਗੁਰੂ ਅਰਜਨ ਦੇਵ ਜੀ ਇਹ ਨਗਰ ਦੇ ਵਿੱਚ ਰਹਿਣਾ ਤਿਆਗ ਦੇਣਗੇ ਔਰ ਅੰਮ੍ਰਿਤਸਰ ਸਾਹਿਬ ਚੱਲਣਗੇ ਕੁਝ ਦਿਨਾਂ ਵਿੱਚ ਹੀ। ਸ਼ਬਦ ਬੋਲਤ ਬੂਝਤ ਕੋ। ਇਉਂ ਇਸ ਤਰ੍ਹਾਂ ਮਾਤਾ ਜੀ ਬਚਨ ਬੋਲਦੇ ਆ ਬੇਨਤੀਆਂ ਕਰਦੇ ਆ। ਸਤਿਗੁਰੂ ਜੀ ਬੇਨਤੀਆਂ ਸੁਣ ਕੇ ਪੁੱਛ ਕੇ ਹਰ ਵਿਚਾਰ ਨੂੰ ਸਮਝ ਕੇ ਸਮਝਾਉਂਦੇ ਹਨ। ਇਸ ਜਾਮ ਗਈ ਕਰ ਖਾਨ ਆਹਾਰ। ਇੱਕ ਪਹਿਰ ਰਾਤ ਗੁਜ਼ਰ ਗਈ ਇਹ ਵਾਰਤਾਲਾਪ ਕਰਦਿਆਂ ਨੇ। ਫਿਰ ਮਾਤਾ ਗੰਗਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਲੰਗਰ ਤਿਆਰ ਹੈ ਲੰਗਰ ਨਹੀਂ ਛਕਿਆ ਬਹੁਤ ਲੰਮਾ ਸਮਾਂ ਗੁਜ਼ਰ ਗਿਆ ਅੱਜ ਰਾਤ ਦਾ। ਉਸੇ ਵਕਤ ਮਾਤਾ ਜੀ ਉੱਠੇ ਸਤਿਗੁਰਾਂ ਦੇ ਹੱਥ ਪਵਿੱਤਰ ਕਰਾਏ ਔਰ ਪ੍ਰਸ਼ਾਦਾ ਤਿਆਰ ਕਰਕੇ ਸਤਿਗੁਰਾਂ ਦੇ ਪਾਸ ਲਿਆ ਕੇ ਹਾਜ਼ਰ ਕੀਤਾ। ਲੰਗਰ ਛਕਾਉਣ ਵਾਸਤੇ ਲੰਗਰ ਲਿਆਂਦਾ ਹੈ। ਫੇਰ ਜਥਾ ਸੁਖ ਸੋ ਸੁਪਤੇ ਉੱਠ। ਲੰਗਰ ਛਕ ਕੇ ਫਿਰ ਸਤਿਗੁਰੂ ਜੀ ਨੇ ਰਹਿੰਦੀ ਰਾਤ ਦਾ ਸਮਾਂ ਆਰਾਮ ਕਰਕੇ ਗੁਜ਼ਾਰਿਆ। ਪਹਿਰ ਰਾਤ ਰਹਿੰਦੀ ਤੋਂ ਫੇਰ ਉੱਠ ਕੇ ਸਤਿਗੁਰੂ ਜੀ ਸਾਵਧਾਨ ਹੋਏ ਹਨ। ਰਾਤ ਸਮੇਂ ਜਲ ਮੱਚਨ ਧਾਰਾ। ਅੰਮ੍ਰਿਤ ਵੇਲੇ ਜਲ ਲੈ ਕੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਹੈ। ਦਾਤ ਕੋ ਲਾਲਤ ਹੈ ਪ੍ਰਤਪਾਲਤ। ਮਾਤਾ ਆਪਣੇ ਸਾਹਿਬਜ਼ਾਦੇ ਨੂੰ ਬੜੇ ਲਾਡ ਨਾਲ ਦੇ ਨਾਲ ਪਾਲਦੇ ਆ ਔਰ ਉਹਨਾਂ ਦਾ ਹਰ ਤਰ੍ਹਾਂ ਕਰਕੇ ਖਿਆਲ ਕਰਦੇ ਆ। ਭੂਖਨ ਘਾਲਤ ਸ਼ੌਕ ਉਦਾਰਾ। ਬੜੇ ਸੁੰਦਰ ਸੁੰਦਰ ਸ਼ੌਕ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਪ੍ਰਸੰਨਤਾ ਦੇ ਨਾਲ ਕੀਮਤੀ ਵਸਤਰ ਗਹਿਣੇ ਸਤਿਗੁਰੂ ਜੀ ਦੇ ਸਰੀਰ ਉੱਤੇ ਧਾਰਨ ਕਰਵਾਉਂਦੇ ਹਨ।
ਸੁੰਦਰ ਚੀਰ ਸਰੀਰ ਵਿਖਾ ਸਰੀਰ ਉੱਤੇ ਬੜੇ ਸੁੰਦਰ ਤੋਂ ਸੁੰਦਰ ਵਸਤਰ ਪਹਿਨਾਉਂਦੇ ਆ। ਪਹਿਰਾਵਤ ਹੀ ਹਰ ਖਾਵਤ ਭਾਰਾ ਬਹੁਤ ਪ੍ਰਸੰਨ ਰਹਿੰਦੇ ਜਦੋਂ ਕੀਮਤੀ ਵਸਤਰ ਸਤਿਗੁਰੂ ਜੀ ਨੂੰ ਪਵਾ ਕੇ ਐਨ ਫਵਾ ਦਿੰਦੇ ਆ, ਫਿਰ ਮਨ ਵਿੱਚ ਬੜੇ ਪ੍ਰਸੰਨ ਹੁੰਦੇ ਆ। ਦਾਸਨ ਪੈ ਨਾ ਭਰੋਸ ਧਰੈ ਮਾਤਾ ਜੀ ਦਾਸਾਂ ਸੇਵਕਾਂ ਤੇ ਦਾਸੀਆਂ ਤੇ ਭਰੋਸਾ ਨਹੀਂ ਬਹੁਤਾ ਰੱਖਦੇ, ਆਪ ਨਿਗਰਾਨੀ ਰੱਖਦੇ ਹਨ ਅੱਠੇ ਪਹਿਰ। ਅੱਠ ਜਾਮ ਰੱਖੈ ਨਿਜ ਨੈਣ ਅਗਾਰੀ ਅੱਠੇ ਪਹਿਰ ਰਾਤ ਦਿਨ ਆਪਣੇ ਨੇਤਰਾਂ ਦੇ ਅੱਗੇ ਹੀ ਛੇਵੇਂ ਪਾਤਸ਼ਾਹ ਜੀ ਨੂੰ ਬਾਲਕ ਰੂਪ ਦੇ ਵਿੱਚ ਉਹਨਾਂ ਨੂੰ ਆਪਣੇ ਧਿਆਨ ਦੇ ਅੱਗੇ ਰੱਖਦੇ ਆ। ਨਿਗਾਹ ਤੋਂ ਆਪਣੇ ਨੇਤਰਾਂ ਤੋਂ ਲਾਂਭੇ ਪਾਸੇ ਨਹੀਂ ਜਾਣ ਦਿੰਦੇ। ਸੋਬਤ ਹੱਥ ਲਗਾਏ ਕੈ ਨੰਦਨ ਜਦੋਂ ਰਾਤ ਨੂੰ ਜਾਂ ਦਿਨੇ ਆਰਾਮ ਕਰਨਾ ਹੁੰਦਾ, ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਪਾਸ ਕੋਲੇ ਸਵਾਲ ਕੇ ਉੱਤੇ ਆਪਣੀ ਬਾਹ ਤੇ ਹੱਥ ਰੱਖ ਕੇ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਹਨ, ਜਿਵੇਂ ਮਾਤਾਵਾਂ ਬੱਚਿਆਂ ਦੇ ਉੱਤੇ ਇਸੇ ਤਰ੍ਹਾਂ ਬੜੇ ਧਿਆਨ ਨਾਲ ਪਾਲਣਾ ਕਰਦੀਆਂ ਹਨ। ਔਚਕ ਜਾਗ ਉੱਠੇ ਡਰ ਧਾਰੀ ਮਨ ਵਿੱਚ ਪਹਿਲੇ ਸਮਿਆਂ ਦੇ ਹੋਏ ਵਾਰਾਂ ਤੋਂ ਹਮਲਿਆਂ ਤੋਂ ਅਚਾਨਕ ਉੱਠ ਖੜਦੇ ਆ, ਅਚਾਨਕ ਜਾਗ ਖੁੱਲ ਜਾਂਦੀ ਹੈ ਤੇ ਵੇਖਦੇ ਆ ਚਾਰੇ ਪਾਸੇ। ਨੀਤ ਸਨੇਹ ਅਸ਼ਹ ਨਮੋ ਹੋਏ ਨੇਤਾ ਪ੍ਰਤੀ ਇੰਨਾ ਸਨੇਹ ਪ੍ਰੇਮ ਉਸੇ ਨੂੰ ਕਹਿੰਦੇ ਆ। ਅਸਲੀ ਪ੍ਰੇਮ ਜਿਹੜਾ ਨਿਤ ਨਵਾਂ ਹੋ ਕੇ ਸਾਧ ਸੰਗਤ ਜੀ ਵਧਦਾ ਰਹੇ। ਇਹ ਨਹੀਂ ਕਿ ਇੱਕ ਵਾਰੀ ਪ੍ਰੇਮ ਪੈ ਗਿਆ ਫਿਰ ਘਟ ਜਾਏ, ਉਹ ਵੱਧਦਾ ਹੀ ਤੁਰਿਆ ਜਾਏ। ਅਸਲੀ ਸੱਚਾ ਪ੍ਰੇਮ ਉਹ ਹੋਇਆ ਕਰਦਾ ਹੈ। ਨਿਤ ਨਵਾਂ ਸਨੇਹ, ਨਿਤ ਨਵਾਂ ਪ੍ਰੇਮ ਛੇਵੇਂ ਪਾਤਸ਼ਾਹ ਜੀ ਦੀ ਪ੍ਰਤੀ ਮਾਤਾ ਜੀ ਦੇ ਅੰਦਰ ਦੂਣਾ ਚੌਣਾ ਹੋ ਕੇ ਪ੍ਰੇਮ ਦੀ ਧਾਰਾ ਵੱਧਦੀ ਜਾਂਦੀ ਹੈ। ਢੀਲ ਵਿਸਾਲ ਬ੍ਰਦ ਬਲ ਭਾਰੀ ਔਰ ਸਰੀਰ ਦਾ ਢੀਲ ਡੌਲ ਕੱਦ ਬੜਾ ਲੰਮਾ ਹੈ, ਬਾਹਾਂ ਬੜੀਆਂ ਅਜਾਨ ਭੁਜਾ ਹਨ ਤੇ ਬੜਾ ਬਲ ਸਰੀਰ ਦੇ ਅੰਦਰ ਵੱਧਦਾ ਹੀ ਜਾਂਦਾ ਹੈ। ਸੁੰਦਰ ਸੂਰਤ ਸੋਭਤ ਹੈ ਸਤਿਗੁਰੂ ਜੀ ਦਾ ਸਰੂਪ ਬਹੁਤਾ ਹੀ ਸੁੰਦਰ ਸੋਭਦਾ ਹੈ। ਹਰ ਇੱਕ ਦਾ ਮਨ ਖਿੱਚਿਆ ਜਾਂਦਾ ਹੈ, ਇੰਨੇ ਸੁੰਦਰ ਹਨ। ਮਾਨੋ ਤ੍ਰਿਲੋਕੀ ਦੀ ਸੁੰਦਰਤਾ ਛੇਵੇਂ ਪਾਤਸ਼ਾਹ ਜੀ ਦੇ ਵਿੱਚ ਆ ਕਰਕੇ ਸੰਸਾਰ ਨੂੰ ਮੋਹਿਤ ਕਰ ਰਹੀ ਹੈ। ਨਿਜ ਕੋਸ਼ਰ ਲੈ ਕਰ ਹੈ ਬਲਹਾਰੀ ਕਦੇ ਕਦੇ ਆਪਣੀ ਗੋਦ ਵਿੱਚ ਲੈ ਕੇ ਛੇਵੇਂ ਪਾਤਸ਼ਾਹ ਜੀ ਨੂੰ ਬਹੁਤ ਪ੍ਰਸੰਨ ਹੋ ਕੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਨ। ਕੇਤਕ ਦਿਵਸ ਬਤੀਤ ਗਏ ਜਬ ਇਸ ਤਰ੍ਹਾਂ ਸੇਵਾ ਸੰਭਾਲ ਕਰਦਿਆਂ ਲਾਡ ਪਾਲ ਦੀ ਸਾਰੀ ਕਿਰਿਆ ਕਰਦਿਆਂ ਹੋਇਆਂ ਜਦੋਂ ਕਿੰਨੇ ਕੁ ਦਿਨ ਬਤੀਤ ਗਏ ਹਨ, ਗੁਜ਼ਰ ਗਏ ਹਨ। ਇੱਕ ਨਿਸਾ ਪਰ ਕੈ ਸਭ ਸੋਏ ਇੱਕ ਰਾਤ ਸਾਰੇ ਹੀ ਮਾਤਾ ਜੀ ਛੇਵੇਂ ਪਾਤਸ਼ਾਹ ਜੀ ਦਾਸੀਆਂ ਅਤੇ ਦਾਸ ਰਾਤਰੀ ਨੂੰ ਸੁੱਤੇ ਪਏ ਹਨ। ਦੇਵ ਮਿਲੇ ਸਮੁਦਾਇ ਤਬ ਉਸ ਸਮੇਂ 33 ਕਰੋੜ ਦੇਵੀ ਦੇਵਤੇ ਸਾਰੇ ਮਿਲ ਕੇ ਉਹਨਾਂ ਦੀਆਂ ਰੂਹਾਂ ਸਭ ਆਵਨ ਕੀਨ ਪ੍ਰਮੋਦਿਤ ਹੋਏ। ਸਾਰੇ ਛੇਵੇਂ ਪਾਤਸ਼ਾਹ ਜੀ ਦਾ ਪੂਜਨ ਅਤੇ ਦਰਸ਼ਨ ਕਰਨ ਵਾਸਤੇ ਵਡਾਲੀ ਸਾਹਿਬ ਆਏ ਹਨ ਤੇ ਬੜੇ ਆਨੰਦ ਦੇ ਵਿੱਚ ਹਨ ਕਿ ਵਾਹਿਗੁਰੂ ਦੇ ਸਰਗੁਣ ਸਰੂਪ ਦੇ ਦਰਸ਼ਨ ਕਰਨ ਜਾ ਰਹੇ ਹਾਂ। ਸ੍ਰੀ ਹਰਿਗੋਬਿੰਦ ਜਾਨ ਤੈਨੋ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਜੀ ਸੁੱਤੇ ਅਤੇ ਵਿਰਾਜੇ ਹੋਏ ਹੈ। ਜਦੋਂ ਦੇਵੀ ਦੇਵਤੇ ਹਾਜ਼ਰ ਹੋ ਗਏ ਉਹ ਪਵਿੱਤਰ ਗੁਪਤ ਰੂਹਾਂ, ਤਾਂ ਛੇਵੇਂ ਪਾਤਸ਼ਾਹ ਜੀ ਉਸੇ ਵਕਤ ਮਲਕੜੇ ਦੇ ਉੱਠੇ ਮਾਤਾ ਜੀ ਦੇ ਕੋਲੋਂ ਉੱਠ ਕੇ ਜਿੱਥੇ ਦੇਵਤੇ ਆ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਸਨ, ਉਸੇ ਮਹਿਲ ਦੇ ਅੰਦਰ ਸੱਚੇ ਪਾਤਸ਼ਾਹ ਉਹਨਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਉਹਨਾਂ ਦੇ ਪਾਸ ਚੱਲ ਕੇ ਗਏ। ਸਹਿਜੇ ਸਹਿਜੇ ਸ਼ੋਰ ਪ੍ਰਿਅੰਕ ਉੱਠੇ ਸਭ ਜੋਏ ਸਾਰਿਆਂ ਨੂੰ ਸਾਹਮਣੇ ਵੇਖ ਕੇ ਆਪਣਾ ਪਲੰਘਾ ਆਰਾਮ ਦੀ ਸਹਿਜਾ ਛੱਡ ਕੇ ਉਹਨਾਂ ਦੀ ਨਮਸਕਾਰ ਪ੍ਰਵਾਨ ਕਰਨ ਵਾਸਤੇ ਅੱਗੇ ਹੋਏ। ਸੱਚੇ ਪਾਤਸ਼ਾਹ ਦੁਆ ਕਰ ਬੰਦ ਕਰ ਅਬ ਬੰਧਨ 33 ਕਰੋੜ ਦੇਵੀ ਦੇਵਤਿਆਂ ਨੇ ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਹੈ ਭਾਵਨਾ ਦੇ ਨਾਲ। ਤੂਕ ਨਿਕੰਦਨ ਤੀਰ ਖਰੋਏ ਦੁੱਖਾਂ ਦਾ ਨਾਸ਼ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਸਾਰੇ ਦੇਵੀ ਦੇਵਤੇ ਹੱਥ ਜੋੜ ਕੇ ਖੜ ਗਏ ਆ। ਨਾਰਦ
ਸਾਰਦ ਪਾਰਦ ਤੇ ਤਨ। ਨਾਰਦ ਹੈ, ਸੁਰਸਤੀ ਹੈ, ਜਿਨ੍ਹਾਂ ਦੇ ਸਰੀਰ ਦਾ ਗੌਰ ਬਦਨ ਪਾਰੇ ਨਾਲੋਂ ਵੀ ਜ਼ਿਆਦਾ ਉਜਲ ਹੈ, ਚਿੱਟਾ ਹੈ, ਸ਼ੁੱਧ ਹੈ। ਸ੍ਰੀ ਬ੍ਰਹਮਾ ਮਗਵਾ ਜੋ ਤੇ ਆਏ। ਇਸੇ ਤਰ੍ਹਾਂ ਸ੍ਰੀ ਦਾ ਅਰਥ ਹੁੰਦਾ ਹੈ ਭਗਵਾਨ ਵਿਸ਼ਨੂੰ ਔਰ ਬ੍ਰਹਮਾ ਅਤੇ ਇੰਦਰ ਆਦਿਕ ਲక్ష్ਮੀ ਦੇ ਸਮੇਤ ਸਾਰੇ ਹੀ ਦਰਸ਼ਨ ਕਰਨ ਆਏ ਆ ਦੇਵਤੇ। ਆਠ ਬਸੂ ਔਰ ਰੁਦਰ ਇਕਾਦਸ਼। 8 ਦੇਵਤਿਆਂ ਦੇ ਨਾਮ ਹੈ, 8 ਪ੍ਰਕਾਰ ਦੇ ਬਸੂ ਦੇਵਤੇ ਇਹਨਾਂ ਨੂੰ ਕਿਹਾ ਜਾਂਦਾ ਹੈ ਔਰ 11 ਰੁਦਰ ਸ਼ਿਵ ਜੀ ਜਿਹੜੇ ਆ। ਭਾਵਕ ਅਕਰ ਮਿਲੇ ਸਮੁਦਾਇ। ਕੌਣ ਦੇਵਤਾ? ਇਹ ਸਾਰੇ ਅੱਗੇ ਹੋ ਕੇ ਮਿਲੇ ਆ, ਨਮਸਕਾਰਾਂ ਕੀਤੀਆਂ ਹਨ। ਔਰ ਕਹਾ ਦਿਨ ਕੀ ਗਿਣਤੀ। ਭਾਈ ਸਾਹਿਬ ਕਹਿੰਦੇ ਉਹਨਾਂ ਦੀ ਕਿਹੜੀ ਕਿਹੜੀ ਗਿਣਤੀ ਨਾਮ ਲੈ ਕੇ ਦਸੀਏ, ਬੇਅੰਤ ਹਨ। ਦੇਖਣ ਕੋ ਅਵਤਾਰ ਸੁਹਾਏ। ਐਸਾ ਸੁੰਦਰ ਮਾਤ ਲੋਕ ਤੇ ਅਵਤਾਰ ਧਾਰਿਆ ਜੀਵਾਂ ਦੇ ਭਲੇ ਲਈ। ਐਸੇ ਵਾਹਿਗੁਰੂ ਦੇ ਅਵਤਾਰ 6ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਏ ਆ। 64 ਜੋਗਨ ਵੀਰ 52। 64 ਜੋਗਣੀਆਂ ਤੇ 52 ਵੀਰ ਵੀ ਨਾਲ ਆਏ ਹਨ। ਦੁਆ ਕਰ ਜੋਰਤ ਸੀਸ ਨਿਵਾਏ। ਇਹਨਾਂ ਨੇ ਵੀ ਹੱਥ ਜੋੜ ਕੇ ਚਰਨਾਂ ਵਿੱਚ ਸਿਰ ਰੱਖ ਕੇ ਮੱਥਾ ਟੇਕਿਆ। ਨਾਸ਼ਨ ਕੋ ਤੁਰਕਾਨ ਸਮੂਹ। ਉਸ ਵਕਤ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਜ਼ਾਲਮ ਤੁਰਕ ਹੈ, ਧਰਮੀਆਂ ਨਾਲ ਵੈਰ ਵਿਰੋਧ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਬਚਨ ਕਰਦੇ ਆ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲੋ ਪਾਰਨ, ਯਾਹੀ ਕਾਢਤ ਰਾਹਮ ਜਨਮੰ, ਸਮਝ ਲੇਹੋ ਸਾਧੂ ਸਮਨ। ਜ਼ਾਲਮਾਂ ਦਾ ਜਿਹੜੇ ਤੁਰਕਾਂ ਦੇ ਵਿੱਚੋਂ ਜ਼ਾਲਮ ਹੈ, ਹੁਣ ਸਾਈਂ ਮੀਆਂ ਮੀਰ ਵਰਗੇ ਫਕੀਰ ਜਿਹੜੇ ਮੁਸਲਮਾਨ ਧਰਮ ਦੇ ਉੱਚ ਕੋਟੀ ਦੇ ਮਹਾਤਮਾ ਸਨ, ਪੂਰਨ ਬੰਦਗੀ ਵਾਲੇ, ਮਾਰਫਤ ਦੀ ਅਵਸਥਾ ਜਿਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਿਹਾ ਜਾਂਦਾ ਹੈ, ਉਸ ਅਵਸਥਾ ਨੂੰ ਪ੍ਰਾਪਤ ਉਹ ਤਾਂ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰਾਂ ਕਰਦੇ, ਮੱਥਾ ਟੇਕਦੇ। ਮਰੀਦਾਂ ਨੇ ਪੁੱਛਿਆ, ਹੈ ਪੀਰ ਤੂੰ ਹਿੰਦੂਆਂ ਦੇ ਪੀਰ ਨੂੰ ਜਾ ਕੇ ਮੱਥਾ ਟੇਕਦਾ ਤੇ ਜਦੋਂ ਘੋੜੇ ਤੇ ਬੈਠਦੇ ਉਹਨਾਂ ਦਾ ਚਰਨ ਰਕਾਬ ਦੇ ਵਿੱਚ ਆਪਣੇ ਹੱਥੀ ਪਾ ਕੇ ਉੱਤੋਂ ਕੱਸ ਕੇ ਆਪਣਾ ਮਸਤਕ ਉਹਨਾਂ ਦੇ ਕਦਮਾਂ ਦੇ ਉੱਤੇ ਲਾਉਣਾ, ਇਹ ਤੇਰੇ ਰੁਤਬੇ ਦੀ ਔਰ ਇਸਲਾਮ ਧਰਮ ਦੀ ਬੜੀ ਵੱਡੀ ਤੌਹੀਨ ਹੈ। ਜਦੋਂ ਵੀ ਲਾਹੌਰ ਮਹਾਰਾਜ ਜਾਂਦੇ ਤਾਂ ਸਾਈਂ ਮੀਆਂ ਮੀਰ ਉੱਠ ਕੇ ਬਹੁਤ ਸਤਿਕਾਰ ਅਤੇ ਨਮਸਕਾਰ ਸ਼ਰਧਾ ਨਾਲ ਕਰਦਾ। ਮਰੀਦਾਂ ਨੂੰ ਕਹਿਣ ਲੱਗੇ, ਸਾਈਂ ਮੀਆਂ ਮੀਰ ਕਹਿਣ ਲੱਗੇ, ਆ ਮਰੀਦੋ, ਜਦੋਂ ਖੁਦਾ ਦੀ ਦਰਗਾਹ ਦੇ ਵਿੱਚ ਮੈਂ ਸਮਾਧੀ ਵਿੱਚ ਸਥਿਤ ਹੋ ਕੇ ਦਮਕਸ਼ੀ ਕਰਕੇ ਪ੍ਰਾਣਾਂ ਨੂੰ ਰੋਕ ਕੇ ਕਹਿੰਦੇ ਆਪਣੇ ਸੂਖਮ ਸਰੀਰ ਨੂੰ ਖੁਦਾ ਦੀ ਦਰਗਾਹ ਦੇ ਵਿੱਚ ਲੈ ਕੇ ਜਾਣਾ ਨਾ, ਖੁਦਾ ਦੇ ਦਰਸ਼ਨ ਕਰਨ ਵਾਸਤੇ, ਜਿਹੜਾ ਖੁਦਾ ਦਾ ਤਖਤ ਹੈ ਉਸ ਉੱਤੇ ਵੀ 6ਵੇਂ ਪਾਤਸ਼ਾਹ ਬੈਠ ਕੇ ਦਰਸ਼ਨ ਦਿੰਦੇ ਹੈ। ਤੇ ਜਦੋਂ ਮਾਤ ਲੋਕ ਤੇ ਆਉਣਾ ਫਿਰ ਇੱਥੇ ਉਸੇ ਰੂਪ ਦੇ ਦਰਸ਼ਨ ਕਰਦਾ। ਇਸ ਕਰਕੇ ਮੈਂ ਖੁਦਾ ਦੀ ਸੇਵਾ ਦੇ ਵਿੱਚ, ਖੁਦਾ ਦੀ ਖਿਦਮਤ ਦੇ ਵਿੱਚ ਲੱਗਾ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਖੁਦਾ ਦਾ ਰੂਪ ਹਨ। ਐਸੀ ਭਾਵਨਾ ਸੀ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਦੀ, ਸਾਧਕਾਂ ਦੀ। ਭਾਈ ਹਰ ਕੌਮ ਧਰਮ ਮਜ਼ਹਬ ਦੇ ਵਿੱਚ ਚੰਗੇ ਇਨਸਾਨ ਵੀ ਬਹੁਤ ਹੁੰਦੇ ਆ, ਕੁਝ ਮਾੜੇ ਵੀ ਹੁੰਦੇ ਆ, ਪਰ ਮਾੜਿਆਂ ਕਰਕੇ ਸਾਰੇ ਵੱਡੇ ਵੱਡੇ ਕੌਮ ਕਬੀਲੇ ਕਈ ਵਾਰੀ ਬਦਨਾਮ ਹੋ ਜਾਂਦੇ, ਔਰ ਚੰਗਿਆਂ ਦੀ ਚੰਗਿਆਈ ਕਰਕੇ ਉਹਨਾਂ ਕੌਮਾਂ ਕਬੀਲਿਆਂ ਦਾ ਦੁਨੀਆ ਵਿੱਚ ਸਨਮਾਨ ਵੀ ਹੋ ਜਾਇਆ ਕਰਦਾ। ਇਸ ਕਰਕੇ ਇੱਥੇ ਉਹ ਜ਼ਿਕਰ ਕਰਦੇ ਆ ਦੇਵੀ ਦੇਵਤੇ ਕਿ ਮਹਾਰਾਜ ਜਿਹੜੇ ਤੁਰਕਾਂ ਦੇ ਵਿੱਚੋਂ ਜ਼ਾਲਮ ਤੁਰਕ ਹਨ, ਪਾਪੀ ਲੋਕ ਹੈ, ਪਾਪ ਕਰਨ ਵਾਲੇ, ਉਹਨਾਂ ਸਮੂਹ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਤੁਸੀਂ ਮਨੁੱਖਾ ਤਨ ਵਾਹਿਗੁਰੂ ਦੇ ਨਿਰਾਕਾਰ ਸਰੂਪ ਦੁਆਰਾ, ਨਿਰਾਕਾਰ ਸਰੂਪ ਵਿੱਚੋਂ ਮਨੁੱਖਾ ਤਨ ਰੂਪ ਵਿੱਚ ਸਰੀਰ ਧਰਿਓ ਤੁਮੇ ਅੰਤਰਜਾਮੀ। ਅੰਤਰਜਾਮੀ ਹੁੰਦਾ ਸਾਰਿਆਂ ਦਾ ਪ੍ਰੇਰਕ, ਸਾਰਿਆਂ ਦੇ ਹਿਰਦਿਆਂ ਦੀ ਭਾਵਨਾ ਨੂੰ, ਸੰਕਲਪਾਂ ਨੂੰ, ਇਸ਼ਾਵਾਂ ਨੂੰ ਜਾਣਨ ਵਾਲਾ।
ਤੇ हे ਅੰਤਰਜਾਮੀ ਜੀ ਤੁਸੀਂ ਮਨੁੱਖਾ ਤਨ ਸਰੀਰ ਜਾਮਾ ਧਾਰਿਆ ਹੈ ਕਲਯੁਗ ਵਿੱਚ। ਸੇਵਕ ਸੰਤਨ ਕੋ ਪ੍ਰਤਪਾਰਨ ਔਰ ਵਾਹਿਗੁਰੂ ਦੇ ਸੇਵਕਾਂ ਨੂੰ ਅਤੇ ਸੰਤਾਂ ਦੀ ਪਾਲਣਾ ਕਰਨ ਵਾਸਤੇ, ਧਰਮੀਆਂ ਦੀ ਰੱਖਿਆ ਕਰਨ ਵਾਸਤੇ ਆਏ ਹੋ ਸੱਚੇ ਪਾਤਸ਼ਾਹ। ਜੋ ਸਤਨਾਮ ਜਪੈ ਨਿਤ ਸੁਆਮੀ ਜਿਹੜਾ ਇਹ ਮਾਲਕ ਤੁਹਾਡੇ ਦਰ ਤੋਂ ਦਿੱਤੇ ਹੋਏ ਨਾਮ ਵਾਹਿਗੁਰੂ ਦੇ ਨਾਮ ਨੂੰ ਜਪੇਗਾ ਉਸ ਦਾ ਇਸ ਸੰਸਾਰ ਭੌਡਲ ਤੋਂ ਪਾਰ ਉਤਾਰਾ ਹੋਏਗਾ। ਤੁਸੀਂ ਆਪਣੇ ਪਿਆਰਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਰੱਖਿਆ ਦਾ ਦਾਨ ਦੇਣ ਵਾਸਤੇ ਆਏ ਹੋ। ਲੋਕ ਅਨੇਕ ਉਦਾਹਰਨ ਕੋ ਚਿਤ ਇਹ ਮਹਾਰਾਜ ਤੁਸੀਂ ਇੱਕ ਨਹੀਂ ਅਨੇਕਾਂ ਲੋਕਾਂ ਦਾ ਬੇਅੰਤ ਇਸ ਮਾਤ ਲੋਕ ਦੇ ਜੀਵਾਂ ਦਾ ਉਧਾਰ ਮੁਕਤੀ ਕਰਨੀ ਹੈ। ਦੇਨ ਵਿਵੇਕ ਭਏ ਪਥਗਾਮੀ ਸਾਰਿਆਂ ਨੂੰ ਗਿਆਨ ਦੀ ਦਾਤ ਬ੍ਰਹਮ ਗਿਆਨ ਦੀਆਂ ਦਾਤਾਂ ਦੇ ਕੇ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸਿੱਧਾ ਭਗਤੀ ਦਾ ਗਿਆਨ ਦਾ ਮਾਰਗ ਮੁਕਤੀ ਦਾ ਮਾਰਗ ਰਸਤਾ ਬਖਸ਼ਿਸ਼ ਕਰਨਾ ਹੈ। ਸੂਰ ਮਹਾਪੁਜ ਪੂਰਨ ਸ੍ਰੀ ਗੁਰ ਇਹ ਮਹਾਰਾਜ ਸੂਰਮਿਆਂ ਵਿੱਚੋਂ ਵੱਡੇ ਸੂਰਮੇ ਕਲਯੁਗ ਦੇ ਵਿੱਚ ਔਰ ਆਪ ਜੀ ਦੀਆਂ ਭੁਜਾਂ ਆਪ ਜੀ ਦੀਆਂ ਬਾਹਾਂ ਜਿਹੜੀਆਂ ਹੋਣਗੀਆਂ ਉਹ ਸੱਚੇ ਪਾਤਸ਼ਾਹ ਜੀ ਜੋ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਉਹਨਾਂ ਦਾ ਮੁਕਾਬਲਾ ਤਰਲੋਕੀ ਵਿੱਚ ਨਹੀਂ ਕੋਈ ਕਰ ਸਕੇਗਾ। ਐਸੀਆਂ ਬਾਹੂਬਲ ਵਾਲੀਆਂ ਆਪ ਜੀ ਦੀਆਂ ਭੁਜਾਂ ਬਾਹਾਂ ਹਨ। ਸਤਰਨ ਚੂਰਨ ਕੋ ਨਿਤ ਕਾਮੀ ਤੁਸੀਂ ਮਹਾਰਾਜ ਇਹਨਾਂ ਬਾਹੂਬਲ ਦੇ ਨਾਲ ਜਿਹੜੇ ਦੁਸ਼ਮਣ ਤਾਕਤਾਂ ਜ਼ਾਲਮ ਲੋਕ ਹੈ ਉਹਨਾਂ ਨੂੰ ਚੂਰ ਚੂਰ ਕਰ ਦੇਣਾ ਨਾਸ਼ ਕਰ ਦੇਣਾ ਇਹ ਕਾਰਜ ਤੁਸੀਂ ਕਰਨਾ ਹੈ। ਕੀਰਤ ਕੋ ਬਸ ਤੀਰਤ ਯੋ ਪਦ ਜੋ ਸਤਿਗੁਰੂ ਜੀ ਦੀ ਬਹੁਤ ਮਹਿਮਾ ਇਹਨਾਂ ਦੇਵਤਿਆਂ ਨੇ ਸਾਰਿਆਂ ਨੇ ਮਿਲ ਕੇ ਸਤਿਗੁਰੂ ਜੀ ਦੇ ਸਨਮੁਖ ਸਤਿਗੁਰੂ ਜੀ ਦਾ ਜਸ ਉਚਾਰਨ ਕੀਤਾ ਹੈ। ਪੂਜਤ ਚੰਦਨ ਕੋ ਚਰਕਾਮੀ ਫਿਰ ਸਤਿਗੁਰੂ ਜੀ ਦੇ ਸਰਗੁਣ ਸਰੂਪ ਦੀ ਬਾਲ ਅਵਸਥਾ ਵਿੱਚ ਪੂਜਾ ਸ਼ੁਰੂ ਕੀਤੀ। ਸਾਰਿਆਂ ਨੇ ਹੱਥਾਂ ਵਿੱਚ ਚੰਦਨ ਲੈ ਕੇ ਸਤਿਗੁਰੂ ਜੀ ਦੇ ਉੱਤੇ ਚੰਦਨ ਛਿੜਕਿਆ ਹੈ ਔਰ ਫੁੱਲਾਂ ਦੀ ਵਰਖਾ ਕੀਤੀ ਹੈ। ਸਿਹਰੇ ਪਾਏ ਹਨ ਧੂਪ ਤੁਖਾਵਤ ਫੂਲ ਚੜਾਵਤ ਔਰ ਸਾਧ ਸੰਗਤ ਦੀ ਧੂਪ ਦਿਖਾ ਰਹੇ ਸਤਿਗੁਰੂ ਜੀ ਦੇ ਸਨਮੁਖ ਔਰ ਫੁੱਲ ਵੀ ਚੜਾ ਰਹੇ ਹਨ ਔਰ ਸੁਗੰਧਨ ਕੋ ਰਚਾਏ ਔਰ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬੜੀਆਂ ਸੁੰਦਰ ਸੁਗੰਧੀਆਂ ਸਤਿਗੁਰੂ ਜੀ ਦੇ ਸਰੂਪ ਦੇ ਸਨਮੁਖ ਚੜਾ ਰਹੇ ਆ ਛਿੜਕ ਰਹੇ ਆ। ਕੁੰਕਮ ਸੋਕਨ ਸਾਰਕ ਸਹਾਇਕ ਇਹੋ ਚੰਦਨ ਤੇ ਕੇਸਰ ਨੂੰ ਚੰਗੀ ਤਰ੍ਹਾਂ ਰਗੜ ਕੇ ਘਸਾ ਕੇ ਕਰੈ ਬਿਨਤੀ ਸੁਰ ਹੋਇ ਸਮੁਦਾਏ ਸਤਿਗੁਰੂ ਜੀ ਦੇ ਉੱਤੇ ਚੜਾਉਂਦੇ ਆ ਔਰ ਹੱਥ ਜੋੜ ਕੇ ਬੇਨਤੀਆਂ ਕਰਦੇ ਆ। ਜਿਉ ਹੋਇ ਆਏ ਸੁਰਾਵਰ ਕੀ ਇਹ ਪੂਜਾ ਦੀ ਮਰਜ਼ਾਦਾ ਹੈ। ਪ੍ਰਤੱਖ ਸਰਗੁਣ ਦੀ ਪੂਜਾ ਹੈ। ਸਤਿਗੁਰੂ ਜੀ ਨੂੰ ਪੁਸ਼ਪ ਚੜਾਉਣੇ ਧੂਪ ਦੇਣੀ ਭੇਟਾ ਰੱਖਣੀ ਕੜਾ ਪ੍ਰਸ਼ਾਦ ਦੀ ਦੇਗ ਨੂੰ ਲੰਗਰ ਨੂੰ ਭੋਗ ਲਗਾਉਣਾ ਪ੍ਰਕਾਸ਼ ਅਤੇ ਸੁਖਾਸਨ ਕਰਨਾ ਗਰਮੀ ਸਰਦੀ ਦੀ ਰੁੱਤ ਅਨੁਸਾਰ ਹਰ ਤਰ੍ਹਾਂ ਕਰਕੇ ਭਾਵਨਾ ਨਾਲ ਸੇਵਾ ਕਰਨਾ ਗੁਰ ਪੂਜਾ ਵਿਦ ਸਹਿਤ ਕਰਨ ਗੁਰੂ ਦੀ ਪੂਜਾ ਪੂਰੀ ਵਿਧੀ ਮਰਜ਼ਾਦਾ ਦੇ ਨਾਲ ਕਰਨਾ। ਇਹ ਸਤਿਗੁਰੂ ਜੀ ਦਾ ਪੂਜਨ ਇਹਨਾਂ ਨੇ ਕੀਤਾ ਬੜੇ ਪ੍ਰੇਮ ਦੇ ਨਾਲ। ਫਿਰ ਸਾਰਿਆਂ ਨੇ ਮਿਲ ਕੇ ਸਤਿਗੁਰੂ ਜੀ ਦੇ ਪਾਸ ਬੇਨਤੀ ਕੀਤੀ ਸਾਰੇ ਦੇਵੀ ਦੇਵਤਿਆਂ ਨੇ ਕਿ हे ਮਹਾਰਾਜ ਅਸੀਂ ਆਪਣੀ ਬੇਨਤੀ ਕਰ ਦਿੱਤੀ ਹੈ ਤੁਹਾਡੇ ਚਰਨਾਂ ਵਿੱਚ। ਹੁਣ ਸਾਡੀ ਅਰਜ਼ ਹੈ ਕਿ ਸਾਨੂੰ ਕੀ ਹੁਕਮ ਹੈ ਆਪ ਜੀ ਦਾ ਕਿਹੜੀ ਸੇਵਾ ਅਸੀਂ ਗੁਰੂ ਘਰ ਦੀ ਕਰੀਏ ਕਿਹੜੀ ਆਪ ਜੀ ਦੀ ਸੇਵਾ ਵਿੱਚ ਅਸੀਂ ਕਿਸ ਰੂਪ ਵਿੱਚ ਹਾਜ਼ਰ ਹੋਈਏ। ਇਹ ਸਾਰੇ ਦੇਵਤਿਆਂ ਨੇ ਮਿਲ ਕੇ ਬੇਨਤੀ ਕੀਤੀ ਹੈ। ਹਮ ਕਾਜ ਕਰੈ ਤਿਮ ਦੋ ਫਰਮਾਏ ਜੋ ਆਪ ਜੀ ਫਰਮਾਓਗੇ ਅਸੀਂ ਉਹੀ ਕਾਰਜ ਕਰਾਂਗੇ। ਸਾਧ ਸੰਗਤ ਜੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹ ਅਵਸਥਾ ਹੁੰਦੀ ਮਹਾਂਪੁਰਖਾਂ ਦੀ। ਆਮ ਕਥਾ ਵਿੱਚ ਸੁਭਾਵਕ ਬਚਨ ਕਹਿ ਦਿਆ ਕਰਦੇ ਕਹਿੰਦੇ ਜਿਹਨੂੰ ਸ਼ੰਕਰ ਔਰ ਸ਼ਿਵ ਜੀ ਕਹਿੰਦੇ ਆ ਉਹਦਾ ਤਾਂ ਜਦੋਂ ਮਰਜੀ ਕੰਨ ਫੜ ਕੇ ਜੋ ਮਰਜੀ ਉਹ ਤੋਂ ਕੰਮ ਕਰਾ ਲਈਏ। ਸੋ ਸਾਧ ਸੰਗਤ ਜੀ ਇਹ ਸਤਿਪੁਰਸ਼ ਆਪਣੀ ਰਸਨਾ ਤੋਂ ਆਪ ਬਚਨ ਕਿਹਾ ਕਰਦੇ ਸਨ। ਆਪ ਸੁਣੇ ਹੈ ਕਥਾ ਵਿੱਚ क्योंकि ब्रह्म ज्ञानी को खोजा महेश्वर नानक ब्रह्म ज्ञानी आप परमेश्वर ब्रह्म ज्ञानी दे दर्शनां तां महेश भी खोजदा है जिन्हों शंकर भगवान कहते हैं
ਉਹ ਵੀ ਬ੍ਰਹਮ ਗਿਆਨੀ ਦੇ ਦਰਸ਼ਨਾਂ ਨੂੰ ਤਰਸਦਾ ਹੈ। ਇਸ ਕਰਕੇ ਦੇਵਤਿਆਂ ਨੇ ਬੇਨਤੀ ਕੀਤੀ, ਮਹਾਰਾਜ ਜੋ ਕਾਰਜ ਸਾਡੇ ਜਿੰਮੇ ਲਾਓਗੇ, ਜੋ ਹੁਕਮ ਕਰੋਗੇ, ਉਸੇ ਤਰ੍ਹਾਂ ਆਪ ਜੀ ਦੀ ਆਗਿਆ ਦਾ ਪਾਲਣ ਕਰਾਂਗੇ। 64 ਜੋਗਨ ਕੀਨ ਬਿਨਾ। ਹੁਣ ਜੋਗਣੀਆਂ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਵਿੱਚ, ਵੱਡ ਭੂਖ ਮੈਂ ਨਹਿ ਪਾਏ ਆਹਾਰ। ਮਹਾਰਾਜ ਸਾਡੀ ਵੀ ਅਰਜ਼ ਹੈ, ਦੇਵਤਿਆਂ ਨੇ ਤਾਂ ਕਰ ਲਈ, ਅਸੀਂ ਬਹੁਤ ਲੰਮੇ ਸਮੇਂ ਤੋਂ ਜੁਗਾਂ ਜੁਗਾਂ ਤੋਂ ਭੁੱਖੀਆਂ ਹਾਂ, ਸਾਨੂੰ ਖਾਣ ਵਾਸਤੇ ਅੱਜ ਤੱਕ ਭੋਜਨ ਨਹੀਂ ਮਿਲਿਆ। ਵੀਰ 52 ਪਾਕ ਕਹੇ। ਔਰ 52 ਵੀਰਾਂ ਨੇ ਵੀ ਬੇਨਤੀ ਕੀਤੀ ਸਨਮੁਖ ਹੋ ਕੇ, ਹਮ ਚਾਹਤ ਹੈ ਵੱਡ ਜੁੱਧ ਅਖਾੜਾ। ਮਹਾਰਾਜ ਅਸੀਂ ਕੀ ਚਾਹੁੰਦੇ ਆ ਕਿ ਬਹੁਤ ਵੱਡਾ ਜੰਗ ਦਾ ਅਖਾੜਾ ਲੱਗੇ, ਸੂਰਮਿਆਂ ਦੀ ਫੌਜ ਮਿਲ ਕੇ ਬੜਾ ਵੱਡਾ ਯੁੱਧ ਕਰੇ ਆਪਸ ਵਿੱਚ। ਨਾਰਦ ਆਦਿਕ ਪ੍ਰਾਰਥਨਾ ਕਰ। ਨਾਰਦ ਨੇ ਵੀ ਪ੍ਰਾਰਥਨਾ ਬੇਨਤੀ ਕੀਤੀ ਹੈ। ਪ੍ਰਿੰਦ ਮਲੇਸ਼ ਬਲੀਨ ਸੰਘਾਰਾ। ਮਹਾਰਾਜ ਦੇ ਜਿਹੜੇ ਬਲੀ ਬੜੇ ਵੱਡੇ ਜਿਹੜੇ ਤੁਰਕ ਜ਼ਾਲਮ ਬਣ ਚੁੱਕੇ ਐ, ਇਹਨਾਂ ਜ਼ਾਲਮਾਂ ਦਾ ਮਹਾਰਾਜ ਸੰਘਾਰ ਕਰੋ, ਨਾਸ਼ ਕਰੋ ਜੰਗ ਕਰਕੇ। ਰਾਵਰ ਕ੍ਰੁੱਧ ਯੁੱਧ ਕਰੋ ਹੇ ਮਹਾਰਾਜ ਨਾਮ ਵੀਰ ਧਾਰਨ ਕਰਕੇ ਯੁੱਧ ਕਰੋ ਇਹਨਾਂ ਜ਼ਾਲਮਾਂ ਦੇ ਨਾਲ। ਚਾਹਤ ਦੇਵਨ ਕੋ ਗਨ ਸਾਰਾ। ਸਾਰੇ ਦੇਵਤੇ ਇਹੀ ਗੱਲ ਚਾਹੁੰਦੇ ਆ ਕਿ ਧਰਮ ਦੀ ਰੱਖਿਆ ਕਰੋ ਸੱਚੇ ਪਾਤਸ਼ਾਹ। ਸ੍ਰੀ ਹਰਿਗੋਬਿੰਦ ਦੇਤ ਆਨੰਦ ਕੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਪ੍ਰਤੀ ਆਨੰਦ ਖੁਸ਼ੀਆਂ ਬਖਸ਼ਿਸ਼ਾਂ ਕਰਨ ਵਾਲੇ ਜੋ ਸਤਿਗੁਰੂ ਹੈ। ਦੇਵਨ ਬ੍ਰਿੰਦਨ ਸੋ ਕਹਿ ਬਾਨੀ। ਉਦੋਂ ਦੇਵਤਿਆਂ ਨੇ ਜੋ ਬੇਨਤੀ ਕੀਤੀ, ਆਪਣੇ ਸੁਭਾਏਮਾਨ ਮੁਖ ਤੋਂ ਸਤਿਗੁਰਾਂ ਨੇ ਦੇਵਤਿਆਂ ਨੂੰ ਫਿਰ ਆਗਿਆ ਕੀਤੀ ਹੈ, ਬਚਨ ਕੀਤਾ, ਹੁਕਮ ਕੀਤਾ। ਵੀਰ ਸਭੈ ਤੁਮ ਧਾਰ ਸਰੀਰ ਕੋ। ਮਹਾਰਾਜ ਕਹਿਣ ਲੱਗੇ, ਹੈ ਦੇਵਤਿਓ ਤੁਸੀਂ ਵੱਖ-ਵੱਖ ਥਾਵਾਂ ਤੇ ਗੁਰਸਿੱਖਾਂ ਦੇ ਘਰ ਵਿੱਚ ਜਾ ਕੇ ਸ਼ੂਰਬੀਰ ਯੋਧਿਆਂ ਵਾਲੇ ਸਰੀਰ ਧਾਰਨ ਕਰੋ। ਭਾਵ ਇਸ ਮਾਤ ਲੋਕ ਤੇ ਗੁਰਸਿੱਖਾਂ ਦੇ ਘਰ ਵਿੱਚ ਤੁਸੀਂ ਜਾ ਕੇ ਜਨਮ ਲਓ। ਔਰ ਹੁਣ ਸਮਾਂ ਆ ਗਿਆ, ਇਸ ਲਈ ਤੁਸੀਂ ਜਿਹੜੇ ਦੇਵਤੇ ਹੋ, ਤੁਹਾਡੇ ਵਿੱਚੋਂ ਖਾਸ ਦੇਵਤੇ ਜਾ ਕਰਕੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਲੈਣਾ ਕਰੋ। ਧੀਰਜ ਸੋ ਵਿਚਰੋ ਧਾਰਿਆਨੀ। ਔਰ ਧੀਰਜ ਧਾਰ ਕੇ ਬਾਕੀ ਦੇ ਇਸ ਧਰਤੀ ਦੇ ਉੱਤੇ ਜਿਨ੍ਹਾਂ ਨੇ ਵਿਚਰਨਾ ਆਪਣੀ ਮੌਜ ਨਾਲ ਗੁਪਤ ਰੂਪ ਦੇ ਵਿੱਚ ਜਿੱਥੇ ਮਰਜੀ ਵਿਚਰੋ, ਪਰ ਖਾਸ ਜਿਹੜੇ ਤੁਹਾਡੇ ਵਿੱਚੋਂ ਦੇਵਤੇ ਹੈ ਉਹ ਮਨੁੱਖਾ ਤਨ ਮਨੁੱਖਾ ਜਾਮੇ ਵਿੱਚ ਜਨਮ ਲੈਣਾ ਕਰੋ ਸਿੱਖਾਂ ਦੇ ਘਰ ਦੇ ਅੰਦਰ। ਨਾਰਦ ਕੋ ਦਿਖਰਾਓ ਮਹਾਰਾਣਾ। ਮਹਾਰਾਜ ਕਹਿੰਦੇ ਫੇਰ ਜਦੋਂ ਤੁਸੀਂ ਵੱਡੇ ਜਵਾਨ ਹੋ ਗਏ, ਪੜ ਕੇ ਮਾਤਾ ਪਿਤਾ ਦੀ ਸੇਵਾ ਤੋਂ ਬਾਅਦ ਫੇਰ ਸਾਡੀ ਸ਼ਰਨ ਵਿੱਚ ਆਉਂਗੇ, ਉਦੋਂ ਫਿਰ ਨਾਰਦ ਨੂੰ, ਜੋਗਣੀਆਂ ਨੂੰ, ਵੀਰਾਂ ਨੂੰ ਆਪਾਂ ਇਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਵੀ ਬੜਾ ਵੱਡਾ ਧਰਮ ਦਾ ਯੁੱਧ ਕਰਕੇ ਵਿਖਾਵਾਂਗੇ। ਮਾਰ ਮਲੇਸ਼ ਕਰੋ ਕਮਸਾਨੀ। ਮਲੇਸ਼ ਦਾ ਅਰਥ ਹੁੰਦਾ ਮੈਲੀ ਇੱਛਾ ਵਾਲਾ, ਜ਼ੁਲਮ ਕਰਨ ਵਾਲਾ। ਮਲੇਸ਼ਤੀ ਮਲੇਛਾ ਕੌਮ ਨੂੰ ਨਹੀਂ ਕਿਸੇ ਨੂੰ ਕਿਹਾ, ਧਰਮ ਨੂੰ ਮਜਮ ਨੂੰ ਨਹੀਂ ਕਿਹਾ। ਅੰਤਰੀਵ ਅਰਥ ਇਹ ਹੋਈ ਹੈ ਕਿ ਪਾਪ ਦੀ ਇੱਛਾ ਰੱਖਣ ਵਾਲਾ ਮਲੇਸ਼ ਹੈ। ਜਿਹੜੇ ਪਾਪੀ ਲੋਕ ਹਨ ਉਹਨਾਂ ਦਾ ਬੜਾ ਭਿਆਨਕ ਯੁੱਧ ਕਰਕੇ ਨਾਸ਼ ਕਰਾਂਗੇ। ਪੀਵੋ ਸਰੋਣਤ 64 ਜੋਗਨ। ਮਹਾਰਾਜ ਕਹਿੰਦੇ ਹੈ ਜੋਗਣੀਓ ਉਦੋਂ ਜਿੰਨਾ ਮਰਜੀ ਬਹਾਦਰਾਂ ਦਾ ਪਵਿੱਤਰ ਖੂਨ ਪੀ ਪੀ ਕੇ ਤੁਸੀਂ ਆਪਣਾ ਐਨ ਪੇਟ ਭਰ ਲਿਓ ਚੰਗੀ ਤਰ੍ਹਾਂ। ਲੇਹੋ ਡਕਾਰ ਮਹਾਦ੍ਰਿਪਤਾਨੀ। ਔਰ ਸੂਰਮਿਆਂ ਦਾ ਖੂਨ ਪੀ ਕੇ ਐਨ ਰੱਜ ਲਿਓ ਤੁਸੀਂ ਵੀ ਚੰਗੀ ਤਰ੍ਹਾਂ। ਯੁੱਧ ਘਮੰਡ ਪ੍ਰਚੰਡ ਰਚਾਓ। ਬੜਾ ਤੇਜ ਔਰ ਬੜਾ ਭਿਆਨਕ ਯੁੱਧ ਕਰਾਂਗੇ ਇਸ ਮਾਤ ਲੋਕ ਦੇ ਉੱਤੇ। ਸ਼ਿਵ ਲੇਹੋ ਬਿਲੰਦ ਹੀ ਮੁੰਡਨ ਵਾਲਾ। ਸ਼ਿਵ ਜੀ ਨੂੰ ਕਹਿਣ ਲੱਗੇ ਤੂੰ ਵੀ ਸੂਰਮਿਆਂ ਬਹਾਦਰਾਂ ਦੇ ਸਿਰਾਂ ਦੀ ਮਾਲਾ ਪਰੋ ਕੇ ਆਪਣੇ ਗਲ ਵਿੱਚ ਪਾ ਲਈ, ਤੂੰ ਵੀ ਖੁਸ਼ ਹੋ ਲਈ, ਤੂੰ ਵੀ ਪ੍ਰਸੰਨ ਹੋ ਲਈ, ਮਨ ਭੌਂਦੀ ਕਰ ਲਈ। ਕਾਲੀ ਕਪਾਲ ਭਰੋ ਆਪਣੋ। ਕਾਲੀ ਨੂੰ ਵੀ ਕਹਿਣ ਲੱਗੇ ਚੰਗਾ ਤੂੰ ਵੀ ਆਪਣਾ ਖੱਪਰ ਖੂਨ ਦਾ ਭਰ ਕੇ ਪੀ ਲਈ, ਤੇਰੀ ਵੀ ਇੱਛਾ ਪੂਰੀ ਕਰ ਦਿਆਂਗੇ। ਕਲ ਸਰੋਣਤ ਸੰਗ ਉਮੰਗ ਵਿਸਾਲਾ। ਔਰ ਖੂਨ ਦੇ ਨਾਲ ਭਾਵ ਲਹੂ ਅਤੇ ਮਾਸ, ਮਨ ਸਰੋਣਤ ਦਾ ਭਾਵ ਲਹੂ ਅਤੇ ਮਾਸ
दोनों दे नाल भर भर के खप्पर पी के आन रज नहीं तृप्त हो जाई। तेरी भी बहुत बड़ी उमंग इच्छा पूरी करांगे। जो सब देवन के मन भावत, जो देवते मन भाउंदी इच्छा चाहते सन, जिस जिस देवते ने जो जो मंगिया सतगुरु जी ने बख्शिया। सो करहो बल धार कराला। कहते चंगा भाई तुहाडी भी इच्छा पूरी करांगे, पूरा बल धार के भयानक धर्म दे युद्ध करांगे मात लोक दे उत्ते। नालत मात को देओ आनंद। महाराज कहंदे हुण माता नूं आनंद देण दा समा है। अजे वो समा नहीं आया युद्ध करन वाला देवतेओ। असी अपनी माता नूं भी, जिस माता दी जुगा जुगा दी साधना भगती तपस्या है, दाबिस्तान मजाह विच जो धन गुरु हरगोबिंद साहब जी दा समकाली लिखारी होया मौसम फानी, उन्हें लिखिया कहन लगा धन गुरु नानक देव सच्चे पातशाह जी दे माता पिता दी करोड़ां जन्मां दी तपस्या सी। वो समकाली इतिहासकार है छेवें पातशाह जी दे समय दा। वो कहंदा उस तपस्या नूं माता पिता दी इच्छा नूं पूरी करन वास्ते मात लोक विच धन गुरु नानक साहब ने अवतार धारिया। और कहंदे जिवें भाई गुरदास जी ने कहा पहलों बाबे पाया बख्शदर, पिछों दे फिर घाल कमाई, रेत अक हार कर रोड़ा दी गुर करी बिछाई, भारी करी तपस्या वड्डे भाग, भारी करी तपस्या वड्डे भाग हर स्यों बनियाई। वो कहंदा पहला बख्शिश दा दार वाहिगुरू दी दरगाह विच अकाल पुरख दी दरगाह विच गुरु नानक साहब हाजिर होए। तां अकाल पुरख जी ने पूछया दसो की इच्छा। धन गुरु नानक साहब कहन लगे महाराज जिन्ने इस लोकाई दे मात लोक दे पापी जीव है महाराज उन्हां नूं बख्श दिओ। वो लिखदा उत्थे कहंदे अकाल पुरख जी कहन लगे तुहानूं इस गल दा पता कि इन्हां पापी जीवां ने इन्ने पाप कीते बख्शे नहीं जा सकते, ये बख्शे नहीं जा सकते। कहंदे फिर बहुत अधीनगी नाल महाराज ने बेनती की। फिर अकाल पुरख जी ने कहा इन्हां दे पाप ही इतने बड़े है। फिर सतगुरु जी कहंदे गोडनी भार हो के अकाल पुरख जी दे अपने निराकार स्वरूप दे सन्मुख झोली अड्ड के कहा महाराज मैं होर कुछ नहीं चाहता, इन्हां पापी जीवां दा उद्धार कर दो। फिर अकाल पुरख जी ने अगों वचन किया जो तुहाडी शरण लैणगे, जो तुहाडा वचन कमाउणगे, जेड़े तुहाडे स्वरूप दे 10 जामियां दे दर्शन करनगे, जेड़ा तुहाडा वचन मनणगे उन्हां सारियां दे पाप बख्श देवांगे। और जेड़े पापी सीधे रस्ते ते नहीं आउणगे वो फिर 6वें अते 10वें जामे विच उन्हां नाल युद्ध भी करांगे। साध संगत जी इस समकाली लिखारी 6वें पातशाह जी दे समय ऐसियां बड़िया सुंदर इतिहासक वारतावां लिखदे हैं। ये अज दे विद्वान साडे किहो जिहियां गल्लां कर रहे हैं, शरधा तो विहोणियां, भावनावां तो सखणियां। ते जेड़ी पौड़ी है सोदर केहा सो कर केहा जितवे सर्व समाले, वाजे नाद अनेक संखा केते वावन हारे। जा सचखंड वसै निरंकार कर कर वेखै नदर निहाल, इहदा की अर्थ करांगे। आखे सचखंड तो इत्थे ही है। साध संग जी ये नहीं गल, तिथे लो लो आकार, जिब जिब हुक्म तवे तिवकार, वेखै विकसै कर विचार। वो सचखंड की अवस्था है, सचखंड का मुकाम है, सचखंड का टिकाणा है। आपां नूं तां कंध तो परे भी पता की हो रहा, पर साडे विचों कुछ ऐसे सियाणे है जिन्हां नूं ये पता कंध दे पारले पासे साफ मैदानी इलाका जां किसी का मकान है जां किहड़ी किहड़ी वस्तु है, पता ना विचों कईयां नूं हुंदा। इस करके साध संगत जी जिड्डी जिड्डी किसी की अवस्था हुंदी है उन्ना उन्ना महाराज की बाणी सिमरन बोध करा देती है। जिड्डी जिड्डी जिमें जिमें अवस्था अगे तो अगे सिमरन अभ्यास गुरबाणी गुरसिखी कमा कमा के गुरसिख जदों कमाइयां करते हैं उवें उवें उन्हां दा मार्ग रस्ता खुली जांदा। फिर उन्हां नूं महाराज अगलियां अवस्थावां
ਔਰ ਨਿਰੰਕਾਰ ਦਾ ਦੇਸ਼ ਸੱਚਖੰਡ ਦੀ ਪ੍ਰਾਪਤੀ। ਭਾਈ ਮੰਝ ਨੂੰ ਕਿਹਾ ਸੀ ਨਾ ਗੁਰੂ ਅਰਜਨ ਦੇਵ ਜੀ ਨੇ ਕਿ ਭਾਈ ਮੰਝ ਤੇਰੀ ਸੇਵਾ ਪ੍ਰਵਾਨ, ਤੂੰ ਗੁਰੂ ਘਰ ਦੀ ਹਰ ਪਰਖ ਵਿੱਚੋਂ ਪੂਰਾ ਉਤਰਿਆ, ਸਾਰੇ ਵਰਦਾਨ ਦਿੱਤੇ, ਪ੍ਰਸੰਗ ਸੁਣਾਉਣ ਦਾ ਸਮਾਂ ਨਹੀਂ। ਇੱਕ ਬਚਨ ਪਤਾ ਕੀ ਕੀਤਾ ਸੀ, ਗੁਰ ਇਤਿਹਾਸ ਵਿੱਚ ਜ਼ਿਕਰ ਆਇਆ, ਕਹਿੰਦੇ ਭਾਈ ਮੰਝ ਪੰਜਾਂ ਤੱਤਾਂ ਦਾ ਸਰੀਰ ਤਿਆਗ ਕੇ ਜਦੋਂ ਸੱਚਖੰਡ ਜਾਵੇਂਗਾ ਨਾ, ਤੂੰ ਸੱਚਖੰਡ ਦੀ ਡਿਉਢੀ ਦਾ ਪਹਿਰੇਦਾਰ ਬਣੇਗਾ। ਡਿਉਢੀ ਵਿੱਚ ਤੈਨੂੰ ਸੇਵਾ ਮਿਲੇਗੀ। ਜਿਹੜਾ ਮਾਈ ਭਾਈ ਸਿੱਖ ਜ਼ੁਬਾਨੀ ਜਪਜੀ ਸਾਹਿਬ ਦਾ ਪਾਠ ਤੈਨੂੰ ਸੁਣਾ ਦੇਵੇ, ਉਸ ਨੂੰ ਸੱਚਖੰਡ ਦੇ ਅੰਦਰ ਜਾਣ ਲਈ ਉਹਦਾ ਦਰ ਖੋਲ ਦਿਆ ਕਰ। ਪ੍ਰਾਤਨ ਸਿੰਘ ਇਹ ਪੂਰਨ ਵਿਸ਼ਵਾਸ ਕਿ ਸੱਤਾਂ ਬਾਣੀਆਂ ਨੂੰ ਜ਼ੁਬਾਨੀ ਚੇਤੇ ਰੱਖਦੇ ਸਨ ਕਿ ਜਦੋਂ ਸਰੀਰ ਤਿਆਗਿਆ ਸੱਚਖੰਡ ਵਿੱਚ ਗਏ ਤਾਂ ਭਾਈ ਮੰਝ ਨੇ ਜਪਜੀ ਸਾਹਿਬ ਜ਼ੁਬਾਨੀ ਸੁਣਨਾ, ਜ਼ੁਬਾਨੀ ਨਿਤਨੇਮ ਸੁਣਨਾ, ਤਾਂ ਦਰ ਖੁੱਲਣਾ ਸੱਚਖੰਡ ਦਾ। ਇਹ ਗੁਰੂ ਅਰਜਨ ਦੇਵ ਜੀ ਤੋਂ ਵੀ ਵੱਡੇ ਹੋ ਗਏ ਲੋਕ ਜਿਹੜੇ ਅੱਜ ਸੱਚਖੰਡ ਦੇ ਉੱਤੇ ਵੀ ਨੁਕਤਾਚੀਨੀ ਕਰ ਰਹੇ ਆ। ਸੋ ਸਾਧ ਸੰਗਤ ਜੀ, ਇਸ ਲਈ ਇਹ ਅਵਸਥਾ ਹੈ। ਮਹਾਰਾਜ ਕੀ ਕਹਿੰਦੇ ਆ ਕਿ ਹੇ ਮਾਤਾ, ਹੇ ਦੇਵਤਿਓ, ਸਾਡੀ ਮਾਤਾ ਦੀ ਜੁਗਾਂ ਜੁਗਾਂ ਦੀ ਘਾਲਣਾ ਹੈ। ਸਾਡੀ ਮਾਤਾ ਨਾਲ ਬਚਨ ਹੈ। ਕੁਝ ਸਮਾਂ ਆਪਣੀ ਮਾਤਾ ਦੀ ਗੋਦ ਵਿੱਚ ਰਹਿ ਕੇ ਮਾਤਾ ਨੂੰ ਆਨੰਦ ਬਖਸ਼ਿਸ਼ ਕਰਨਾ ਹੈ। ਮਾਤਾ ਨੂੰ ਸੇਵਾ ਦਾ ਇਹ ਸਮਾਂ ਦੇਣਾ ਹੈ। ਇਸ ਕਰਕੇ ਮਾਤਾ ਨੂੰ ਲਾਡ ਪਿਆਰ ਦੇ ਨਾਲ ਸੇਵਾ ਕਰਨ ਲਈ ਇਹ ਵਕਤ ਤੇ ਸਮਾਂ ਦੇਣਾ ਹੈ। ਅਸੀਂ ਆਨੰਦ ਬਖਸ਼ਿਸ਼ ਕਰਨਾ ਹੈ। ਬਾਲਕ ਆਰਬ ਲਾ ਇਸ ਕਾਲਾ, ਇਸ ਸਮੇਂ ਸਾਡੀ ਬਾਲਕ ਅਵਸਥਾ ਹੈ, ਬਾਲਪੁਣਾ ਹੈ, ਬਾਲ ਅਵਸਥਾ ਵਿੱਚ ਵਿਚਰ ਰਹੇ ਹਾਂ। ਜੋ ਸੁਰ ਕੇ ਉਰ ਹੋਏ ਮਨੋਰਥ, ਮਹਾਰਾਜ ਕਹਿੰਦੇ ਜਿਹੜਾ ਤੁਸੀਂ ਮਨੋਰਥ ਕੀਤਾ ਨਾ, ਇਹ ਦੇਵਤਿਓ, ਤੁਸੀਂ ਜੋ ਸੰਕਲਪ ਕੀਤਾ ਮਨ ਦੇ ਵਿੱਚ ਇੱਛਾ ਧਰਮ ਯੁੱਧ ਦੀ ਕੀਤੀ ਹੈ, ਹੋਏ ਮਨੋਰਥ ਆਏ ਸਰੀਰ ਧਰੋਂ ਧਰਮ। ਤੁਹਾਡਾ ਮਨੋਰਥ ਅਜੇ ਨਹੀਂ, ਠਹਿਰ ਕੇ ਪੂਰਾ ਕਰਾਂਗੇ। ਤੁਸੀਂ ਵੀ ਮਨੁੱਖਾ ਜਾਮਾ ਧਾਰ ਕੇ ਮਾਤ ਲੋਕ ਦੇ ਉੱਤੇ ਜਨਮ ਲੈਣਾ ਕਰੋ, ਕਿਸੇ ਧਰਮੀ ਮਾਂ ਦੀ ਕੁੱਖ ਤੋਂ, ਧਰਮੀ ਪਿਤਾ ਦੇ ਪਰਿਵਾਰ ਵਿੱਚ। ਇਹੋ ਜਿਹੀਆਂ ਰੂਹਾਂ ਦੇ ਜਨਮ ਸਾਧ ਸੰਗਤ ਜੀ, ਪੂਜਨੀਕ ਪਵਿੱਤਰ ਰੂਹਾਂ, ਨਾਮ ਜਪਣ ਵਾਲੇ, ਸੇਵਾ ਭਗਤੀ ਸਿਮਰਨ ਸੂਰਮੇ ਜਿਹੜੇ ਹੁੰਦੇ ਆ, ਉਹ ਪਵਿੱਤਰ ਮਾਤਾਵਾਂ ਦੀ ਕੁੱਖ ਵਿੱਚ ਆ ਕੇ ਜਨਮ ਲੈਂਦੇ। ਇਹ ਜਿਹੜਾ ਕਥਾ ਕੀਰਤਨ ਹੁੰਦਾ ਨਾ ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ, ਸਾਧ ਸੰਗਤ ਜੀ ਦਾ ਬਹੁਤ ਵੱਡਾ ਤੁਹਾਨੂੰ ਫਲ ਮਿਲਣਾ। ਜਿਹੜੀਆਂ ਮਾਵਾਂ ਇਸ ਕਥਾ ਦੇ ਦੀਵਾਨ ਵਿੱਚ ਆ ਕੇ ਹਾਜ਼ਰੀ ਭਰਨਗੀਆਂ, ਜਿਹੜੇ ਪਿਤਾ, ਜਿਹੜੇ ਬਜ਼ੁਰਗ ਇਸ ਕਥਾ ਵਿੱਚ ਆ ਕੇ ਹਾਜ਼ਰੀ ਭਰਨਗੇ, ਬਾਲਕ ਨੌਜਵਾਨ ਬੱਚੇ, ਸਾਧ ਸੰਗਤ ਜੀ, ਉਹਨਾਂ ਦੇ ਹਿਰਦੇ, ਉਹਨਾਂ ਦੇ ਤਨ ਮਨ ਪਵਿੱਤਰ ਹੋਣਗੇ। ਔਰ ਉਹਨਾਂ ਪਰਿਵਾਰਾਂ ਵਿੱਚ ਇਹੋ ਜਿਹੀਆਂ ਪਵਿੱਤਰ ਰੂਹਾਂ ਜਿਹੜੀਆਂ ਅਜੇ ਮੁਕਤ ਨਹੀਂ ਹੋਈਆਂ, ਪਰ ਭਗਤੀ ਸੇਵਾ ਸਿਮਰਨ ਕਰਕੇ ਅਗਲੀ ਮੰਜ਼ਿਲ ਤੇ ਪਹੁੰਚ ਗਈਆਂ, ਪਰ ਅਜੇ ਉਹਨਾਂ ਨੂੰ ਹੋਰ ਸਾਧਨਾਂ ਦੀ ਲੋੜ ਹੈ। ਫਿਰ ਉਹ ਧਰਮੀ ਮਾਤਾ ਪਿਤਾ ਦੀ ਭਾਲ ਵਿੱਚ ਰਹਿੰਦੀਆਂ ਕਿ ਧਰਮੀ ਮਾਤਾ ਪਿਤਾ, ਧਰਮੀ ਪਰਿਵਾਰ ਮਿਲੇ ਤੇ ਇਹੋ ਜਿਹੇ ਪਵਿੱਤਰ ਘਰ ਵਿੱਚ ਜਨਮ ਹੋਵੇ, ਜਿੱਥੋਂ ਅਸੀਂ ਫੇਰ ਜਨਮ ਲੈ ਕੇ ਮਨੁੱਖਾ ਤਨ ਪ੍ਰਾਪਤ ਕਰਕੇ ਵਾਹਿਗੁਰੂ ਦੀ ਬੰਦਗੀ ਕਰੀਏ। ਸਾਧ ਸੰਗਤ ਦੀ ਆਨੰਦ ਸੁਖ ਤਾਂ ਸਵਰਗ ਲੋਕ ਦੇ ਵਿੱਚ ਇਸ ਨਾਲੋਂ ਹਜ਼ਾਰਾਂ ਗੁਣਾ ਵੱਧ ਹੈ, ਕਲਪਨਾ ਵੀ ਨਹੀਂ ਕਰ ਸਕਦੇ। ਪਰ ਮਨੁੱਖਾ ਜਾਮਾ ਜਿਹੜਾ ਮਿਲਣਾ ਉਹ ਕੇਵਲ ਇੱਥੇ ਮਾਤ ਲੋਕ ਵਿੱਚ ਹੀ ਮਿਲ ਸਕਦਾ, ਹੋਰ ਕਿਸੇ ਲੋਕ ਵਿੱਚ ਮਨੁੱਖਾ ਜਨਮ ਨਹੀਂ ਮਿਲਦਾ। ਔਰ ਮਨੁੱਖਾ ਜਨਮ ਤੋਂ ਬਿਨਾਂ ਸੰਗਤ ਦੀ ਸੰਗਤ ਔਰ ਸੇਵਾ ਸਿਮਰਨ ਨਹੀਂ ਹੋ ਸਕਦਾ। ਸੇਵਾ ਸਿਮਰਨ ਸਤ ਸੰਗਤ ਤੋਂ ਬਿਨਾਂ ਮਨੁੱਖਾ ਜੀਵਨ ਦੀ ਜਿਹੜੀ ਸਫਲਤਾ ਨਹੀਂ ਹੈ, 84 ਦਾ ਗੇੜਾ ਨਹੀਂ ਕੱਟਿਆ ਜਾਂਦਾ। ਇਸ ਲਈ ਤਾਂ ਕਰਕੇ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਮਹਾਂਪੁਰਖ ਕਿਹਾ ਕਰਦੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਗੁਰਬਾਣੀ ਦਾ ਵੀ ਨਿਰਣਾ। ਸੰਗਤ ਵਿੱਚ ਵਾਹਿਗੁਰੂ ਵਸਦਾ, ਇਕੱਲੇ ਆਪਾਂ ਨਹੀਂ ਸੰਗਤ ਵਿੱਚ ਬੈਠਦੇ। ਪਵਿੱਤਰ ਰੂਹਾਂ ਸ਼ਹੀਦ ਸਿੰਘ ਵੀ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣਦੇ ਆ। ਇਹ ਸਤਿਗੁਰੂ ਜੀ ਦੀ
ਕਿਰਪਾ ਹੁੰਦੀ ਹੈ। ਸੋ ਭਾਈ ਇਉਂ ਮਹਾਰਾਜ ਕਹਿ ਰਹੇ ਆ ਕਿ ਬਈ ਤੁਸੀਂ ਗੁਰਸਿੱਖਾਂ ਦੇ ਘਰ ਵਿੱਚ ਆ ਕੇ ਮਨੁੱਖਾ ਜਨਮ ਲਓ ਤੇ ਫਿਰ ਸਰੀਰ ਲੈ ਕੇ ਸਾਡੇ ਪਾਸ ਆਉਣਾ, ਫਿਰ ਧਰਮ ਦੇ ਯੁੱਧ ਵਿੱਚ ਤੁਸੀਂ ਵੀ ਸੇਵਾ ਕਰਨੀ ਆ। ਮੋਹ ਸੰਗ ਸੈਨ ਬਨੋ ਰਣ ਮੈਂ, ਔਰ ਮੇਰੇ ਨਾਲ ਮਹਾਰਾਜ ਕਹਿੰਦੇ ਜਿਹੜੀ ਸੂਰਮਿਆਂ ਦੀ ਫੌਜ ਤਿਆਰ ਕਰਨੀ ਹੈ, ਯੋਧਿਆਂ ਦੀ ਫੌਜ ਤਿਆਰ ਕਰਨੀ ਹੈ ਜੰਗ ਕਰਨ ਵਾਸਤੇ, ਉਸ ਫੌਜ ਵਿੱਚ ਤੁਸੀਂ ਵੀ ਸ਼ਾਮਲ ਹੋਣਾ। ਸਾਧ ਸੰਗਤ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨਾਲ ਜਿਹੜੇ ਸਿੰਘ ਸਨ ਉਹ ਐਵੇਂ ਨਹੀਂ ਸਨ, ਆਮ ਸਾਡੇ ਵਰਗਿਆਂ ਚੋਂ ਨਹੀਂ ਸਨ। ਉਹਨਾਂ ਸਿੰਘਾਂ ਦੇ ਚੱਕਰ ਚੇਨ ਹੀ ਵੱਖਰੇ ਸਨ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ। ਹਜੂਰ ਸਾਹਿਬ ਤੋਂ ਕਾਰ ਸੇਵਾ ਕਰਦਿਆਂ ਬਾਬਾ ਸ਼ੀਸ਼ਾ ਸਿੰਘ ਜੀ ਕੋਲੋਂ 40 ਸਿੰਘ ਇਕੱਠੇ ਮਹਾਂਪੁਰਖਾਂ ਕੋਲੇ ਆਏ ਸ੍ਰੀ ਅੰਮ੍ਰਿਤਸਰ ਸਾਹਿਬ। ਉਹਨਾਂ ਦੇ ਜਥੇਦਾਰ ਸਨ ਭਾਈ ਗੁਰਮੇਲ ਸਿੰਘ ਜੀ, ਭਾਈ ਸਾਧਾ ਸਿੰਘ ਜੀ ਔਰ ਸਾਧ ਸੰਗਤ ਜੀ। ਉਹਨਾਂ ਸਿੰਘਾਂ ਨੇ ਕਿਹਾ, ਮਹਾਂਪੁਰਖੋ ਅਸੀਂ ਕਲਗੀ ਵਾਲੇ ਦੇ ਚਰਨਾਂ 'ਚ ਅਰਦਾਸ ਕਰਕੇ ਆਏ, ਇੱਥੇ ਤੁਹਾਡੇ ਪਾਸ ਸ਼ਹੀਦੀ ਦੇਣੀ ਹੈ, ਅਸੀਂ ਹੋਰ ਕਿਤੇ ਨਹੀਂ ਜਾਣਾ। ਬਹੁਤ ਭੇਜਿਆ ਉਹਨਾਂ ਨੂੰ, ਵਾਪਸ ਨਹੀਂ ਗਏ। ਬਾਬਾ ਜੀ ਵੀ ਲੈਣ ਆਏ, ਮਹਾਂਪੁਰਖਾਂ ਨੂੰ ਜਵਾਬ ਦੇਤਾ, ਕਹਿੰਦੇ ਅਸੀਂ ਸ਼ਹੀਦੀਆਂ ਦੇਣ ਵਾਸਤੇ ਆਏ। ਤੇ ਉਹਨਾਂ ਸਿੰਘਾਂ ਵਿੱਚੋਂ ਪਤਾ ਕਿਹੋ ਜਿਹੇ ਸਿੰਘ ਸਨ। ਹਜ਼ੂਰ ਸਾਹਿਬ ਪਤਾ ਕਿੰਨੀ ਗਰਮੀ ਪੈਂਦੀ, ਅੱਜ ਦੇ ਦਿਨਾਂ ਵਿੱਚ ਬਾਹਰ ਨਹੀਂ ਦਿਨੇ ਖਲੋਤਾ ਜਾਂਦਾ। ਉਹ ਸਿੰਘ ਸਾਧ ਸੰਗਤ ਜੀ ਜਿਹੜੀ ਉੱਥੇ ਨਦੀ ਵਗਦੀ ਹੈ, ਉਸ ਨਦੀ ਦੇ ਵਿੱਚ ਜਦੋਂ ਪਾਣੀ ਸੁੱਕ ਜਾਂਦਾ ਦੂਰ ਦੂਰ ਤੱਕ, ਤਪਾਏ ਹੋਏ ਰੇਤੇ ਨਾਲੋਂ ਵੀ ਤਪੇ ਹੋਏ ਰੇਤੇ ਤੇ ਜਾ ਕੇ ਬੈਠ ਕੇ ਉਹ ਜਪਜੀ ਸਾਹਿਬ ਦੇ ਪਾਠ ਸਾਰਾ ਦਿਨ ਕਰਨ ਵਾਲੇ ਸਿੰਘ ਸਨ। ਗਰਮੀ ਅਤੇ ਭਿਆਨਕ ਤਪਸ਼ ਦੇ ਵਿੱਚ ਸਿਰਾਂ ਤੇ ਟੋਕਰੀਆਂ ਢੋ ਕੇ ਸੁਖਮਨੀ ਸਾਹਿਬ ਦੇ 11 ਪਾਠ ਕਰਨ ਵਾਲੇ ਸਿੰਘ ਸਨ। ਇੰਨੀ ਕਠਿਨ ਉਹਨਾਂ ਨੇ ਸੇਵਾ ਸਿਮਰਨ ਦੀ ਤਪੱਸਿਆ ਕੀਤੀ ਹੋਈ ਸੀ। ਤੇ ਉਹ ਰੂਹਾਂ ਐਵੇਂ ਨਹੀਂ ਸਨ, ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਨ। ਉਹਨਾਂ ਕੋਈ ਸੰਸਾਰ ਦੇ ਵਿੱਚ ਰਹਿਣ ਦੀ ਉਹਨਾਂ ਦੀ ਤਮੰਨਾ ਜਾਂ ਇੱਛਾ ਨਹੀਂ ਸੀ। ਇਸ ਲਈ ਉਹ ਕਿਸੇ ਕਾਰਜ ਲਈ ਆਏ ਸਨ। ਮਹਾਂਪੁਰਖਾਂ ਦੇ ਨਾਲ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਨ। ਅੱਜ ਕੱਲ ਤਾਂ ਜਣਾ ਖਣਾ ਉੱਠਦਾ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਰੀਸ ਕਰਨ ਲੱਗੇ, ਲੋਕ ਸੋਚਦੇ ਵੀ ਨਹੀਂ ਮਨ ਵਿੱਚ ਕਿ ਅਸੀਂ ਤਾਂ ਇੱਕ ਪੌੜੀ ਵੀ ਨਹੀਂ ਉਹ ਅਜੇ ਤੱਕ ਚੜੇ ਤੇ ਰੀਸ ਅਸੀਂ ਉਹਨਾਂ ਦੀ ਕਰਦੇ ਹਾਂ। ਉਹਨਾਂ ਦੀ ਡਿਊਟੀ ਲੱਗੀ ਸੀ, ਉਹਨਾਂ ਦੀ ਕਲਗੀਧਰ ਦੇ ਦਰ ਤੋਂ ਹੀ ਸੇਵਾ ਲੱਗੀ ਸੀ, ਉਹਨਾਂ ਦੇ ਨਾਲ ਦੇ ਸਿੰਘਾਂ ਦੀਆਂ ਸੇਵਾਵਾਂ ਲੱਗੀਆਂ ਹੋਈਆਂ ਸਨ ਤੇ ਸਤਿਗੁਰੂ ਜੀ ਨੇ ਉਹਨਾਂ ਤੋਂ ਸੇਵਾਵਾਂ ਲਈਆਂ। ਸਾਧ ਸੰਗਤ ਜੀ, ਦੁਨੀਆ ਦੇ ਅੰਦਰ ਹਕੂਮਤਾਂ ਨਾਲ ਟੱਕਰਾਂ ਲੈਣੀਆਂ ਕਿਤੇ ਖਾਲਾ ਜੀ ਦਾ ਬਾੜਾ ਥੋੜ੍ਹਾ ਹੈ। ਫਿਰ ਹਿੰਦੁਸਤਾਨ ਦੀ ਹਕੂਮਤ ਨਹੀਂ ਸੀ ਕੱਲੀ, ਰਸ਼ੀਆ ਤੋਂ ਲੈ ਕੇ ਹਿੰਦੁਸਤਾਨ ਸਮੇਤ ਵੱਡੀਆਂ ਹਕੂਮਤਾਂ ਨੇ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਸਾਰੀ ਸੋਚੀ ਸਮਝੀ, ਸਾਜ਼ਿਸ਼ ਬਣਾਈ। ਇੰਗਲੈਂਡ ਤੱਕ ਦੇ ਮੁਲਕਾਂ ਦੀਆਂ ਸਰਕਾਰਾਂ ਨੇ ਸਾਰੀਆਂ ਸਾਜ਼ਿਸ਼ਾਂ ਬਣਾ ਕੇ ਤਿਆਰੀਆਂ ਕਰਵਾਈਆਂ ਹੋਈਆਂ ਸਨ ਤੇ ਉਹਨਾਂ ਨੇ ਇਹੋ ਜਿਹੀਆਂ ਵੱਡੀਆਂ ਹਕੂਮਤਾਂ ਦੇ ਨਾਲ ਨਿਰਭੈਤਾ ਨਾਲ ਟੱਕਰ ਲਈ ਹੈ। ਉਹ ਨਾਮ ਦੀ ਕਮਾਈ, ਉਹ ਗੁਰਸਿੱਖੀ ਦੀ ਸਾਧਨਾ, ਉਹ ਭਗਤੀ ਸੀ ਜਨਮਾਂ ਦੀ। ਔਰ ਇਸ ਜਨਮ ਦੀ ਭਾਈ ਦਲਵੀਰ ਸਿੰਘ ਜੀ ਵਰਗੇ ਗੁਰਸਿੱਖ ਸਵਾ ਲੱਖ ਜਪਜੀ ਸਾਹਿਬ ਦਾ ਉਹਨਾਂ ਨੇ ਪਾਠ ਕੀਤਾ ਹੋਇਆ ਸੀ, ਜਿਨ੍ਹਾਂ ਨੇ ਉੱਥੇ ਸ਼ਹਾਦਤਾਂ ਦਿੱਤੀਆਂ। ਸਾਧ ਸੰਗਤ ਜੀ, ਜਿਨ੍ਹਾਂ ਗੁਰਸਿੱਖਾਂ ਦੇ ਰੋਮ ਵਿੱਚ ਵਾਹਿਗੁਰੂ ਦਾ ਸਿਮਰਨ ਚੱਲਦਾ ਸੀ, ਉਹਨਾਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉੱਥੇ। ਆ ਜਿਹੜੇ ਅੱਜ ਕੱਲ ਦੇ ਉੱਠਦੇ ਆ, ਬਾਣੀ ਨਹੀਂ ਪੜ੍ਹਨੀ, ਸਿਮਰਨ ਨਹੀਂ ਕਰਨਾ ਔਰ ਸਤਸੰਗਤ ਨਹੀਂ ਕਰਨੀ, ਦਰਬਾਰ ਸਾਹਿਬ ਨਹੀਂ ਜਾਣਾ। ਸਾਧ ਸੰਗਤ ਜੀ, ਇਹਨਾਂ ਲੋਕਾਂ ਨੂੰ ਕੀ ਪਤਾ ਹੈ? ਇਹ ਤਾਂ ਮਨਮੁਖ ਬਿਰਤੀ ਇਹਨਾਂ ਦੇ ਉੱਤੇ ਭਾਰੂ ਹੋ ਚੁੱਕੀ ਹੈ। ਇਹ ਮਨਮੁਖ ਭੈੜੀਆਂ ਰੂਹਾਂ ਸਿੱਖ ਪੰਥ ਦੇ ਵਿੱਚ ਜਨਮ ਲੈ ਕੇ ਸਾਡੀ ਸ਼ਰਧਾ ਨੂੰ, ਸਾਡੇ ਵਿਸ਼ਵਾਸ ਨੂੰ, ਸਾਡੀ ਜਿਹੜੀ ਸਭ ਤੋਂ ਵੱਡੀ ਸ਼ਕਤੀ ਨਾਮ ਦੀ, ਭਗਤੀ ਦੀ, ਗੁਰਬਾਣੀ ਦੀ, ਉਸ ਤੋਂ ਸਾਨੂੰ ਦੂਰ ਕਰਨਾ ਚਾਹੁੰਦੇ ਹੈ। ਬਾਬਾ ਦੀਪ ਸਿੰਘ ਜੀ ਦੀ ਉਹ ਭਗਤੀ ਵਿੱਚ ਸ਼ਕਤੀ ਸੀ, ਨਾਮ ਵਿੱਚ ਸ਼ਕਤੀ ਸੀ। ਨਾਮ ਦੀ ਸ਼ਕਤੀ ਨਾਲ, ਬਾਣੀ ਦੀ ਸ਼ਕਤੀ ਨਾਲ ਹੀ ਸੀਸ ਖੱਬੇ ਹੱਥ ਦੀ ਤਲੀ ਤੇ ਰੱਖ ਕੇ 18 ਸ਼ੇਰ ਦਾ ਖੰਡਾ ਪਕੜ ਕੇ 6 ਕੋਹ ਤੋਂ ਪੈਂਡਾ ਉੱਤੇ ਬਾਬਾ ਜੀ ਨੇ ਜ਼ਾਲਮਾਂ ਨਾਲ ਯੁੱਧ ਕਰਦਿਆਂ ਤੈਅ ਕੀਤਾ
ਸਾਡੇ ਤਾਂ ਮਾੜਾ ਜਿਹਾ ਜ਼ਖਮ ਆ ਜੇ ਉਦੋਂ ਹੀ ਸਾਡੇ ਭਾਅ ਦੀ ਬਣ ਜਾਂਦੀ ਹੈ। ਉਹ ਭਗਤੀ ਸਿਮਰਨ ਕਰਕੇ ਆਤਮਿਕ ਅਵਸਥਾ ਉਹਨਾਂ ਦੀ ਏਡੀ ਬਲਵਾਨ ਹੋ ਚੁੱਕੀ ਸੀ ਕਿ ਉਹ ਮੌਤ ਦੇ ਭੈ ਤੋਂ ਮੁਕਤ ਹੋ ਚੁੱਕੇ ਸਨ। ਆਤਮਾ ਨੂੰ ਜਾਂ ਰੂਹ ਨੂੰ ਕਹਿ ਲਓ ਜਾਂ ਮਨ ਨੂੰ ਕਹਿ ਲਓ, ਇਹ ਬਾਣੀ ਦੀ ਸ਼ਕਤੀ ਹੀ ਸਾਧ ਸੰਗਤ ਜੀ ਨਿਰਭੈਤਾ ਦੇ ਸਕਦੀ ਹੈ। ਹੋਰ ਕੋਈ ਤੁਹਾਡੇ ਕੋਲ ਸ਼ਕਤੀ ਨਹੀਂ ਮਨ ਨੂੰ ਬਲਵਾਨ ਕਰਨ ਦੀ। ਜਦੋਂ ਭਾਈ ਮਤੀ ਦਾਸ ਦਾ ਆਰੇ ਨਾਲ ਸੀਸ ਚੀਰਨ ਵਾਸਤੇ ਤਿਆਰੀ ਕੀਤੀ, ਉਦੋਂ ਕੀ ਕਿਹਾ ਸੀ ਭਾਈ ਮਤੀ ਦਾਸ ਨੇ? ਕਹਿਣ ਲੱਗੇ, ਜ਼ਾਲਮ ਤੂੰ ਆਪਣੇ ਆਰੇ ਨੂੰ ਚੰਗੀ ਤਰ੍ਹਾਂ ਤਿੱਖਾ ਕਰ ਲੈ, ਇਹ ਦੰਦੇ ਖੁੰਡੇ ਨਾ ਰਹਿ ਜਾਣ। ਤੇ ਕਹਿੰਦੇ ਮੈਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆਪਣੇ ਮਨ ਨੂੰ ਤਿੱਖਾ ਕਰ ਲੈ। ਸੋ ਸਾਧ ਸੰਗਤ ਜੀ, ਇਹ ਬਾਣੀ ਦੀ ਸ਼ਕਤੀ ਹੈ। ਖਾਲਸਾ ਜੀ, ਇਹਨਾਂ ਲੋਕਾਂ ਦੀ ਗੱਲ ਤੇ ਕਦੇ ਭੁੱਲ ਕੇ ਵਿਸ਼ਵਾਸ ਨਾ ਕਰਿਓ। ਜੇ ਸਿੱਖੋ ਤੁਸੀਂ ਵਿਸ਼ਵਾਸ ਕਰ ਬੈਠੇ, ਨਾ ਤੁਹਾਡਾ ਆਦ ਰਹੇਗਾ ਨਾ ਤੁਹਾਡਾ ਅੰਤ ਰਹੇਗਾ, ਤੁਹਾਡੀ ਹੋਂਦ ਵੀ ਨਹੀਂ ਰਹੇਗੀ। ਖਾਲਸੇ ਨੂੰ ਬਿਪਤਾ ਦੇ ਕਸ਼ਟਾਂ ਦੇ ਸਮੇਂ ਵਿੱਚ ਜੇ ਖਾਲਸੇ ਦੀ ਹੋਂਦ ਬਚੀ ਤਾਂ ਬਾਣੀ ਸਿਮਰਨ ਸੇਵਾ ਨੇ ਇਹ ਬਰਕਤਾਂ ਬਖਸ਼ੀਆਂ। ਖਾਲਸਾ ਉਹਨਾਂ ਕਠਿਨ ਸਮਿਆਂ ਦੇ ਵਿੱਚੋਂ ਵੀ ਅੱਗੇ ਨਾਲੋਂ ਬਲਵਾਨ ਹੋ ਕੇ ਖਾਲਸਾ ਨਿਕਲਿਆ। ਇਸ ਕਰਕੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਹੈ, ਵੱਧ ਤੋਂ ਵੱਧ ਸਿਮਰਨ ਕਰਨਾ, ਵੱਧ ਤੋਂ ਵੱਧ ਸੇਵਾ ਕਰਨੀ ਹੈ। ਇਹ ਬਾਣੀ ਦੀ ਸ਼ਕਤੀ ਨੇ, ਸੇਵਾ ਦੀ ਸ਼ਕਤੀ ਨੇ ਤੁਹਾਨੂੰ ਅਡੋਲ ਅਤੇ ਨਿਰਭੈਤਾ ਵਾਲਾ ਜੀਵਨ, ਗੁਰਮੁਖਾਂ ਵਾਲਾ ਜੀਵਨ, ਸ਼ੂਰਬੀਰ ਯੋਧਿਆਂ ਵਾਲਾ ਜੀਵਨ, ਧਰਮ ਦੀ ਖਾਤਰ ਕੁਰਬਾਨੀਆਂ ਕਰਨ ਵਾਲਾ ਜੀਵਨ ਤੁਹਾਨੂੰ ਬਾਣੀ ਦੇ ਵਿੱਚੋਂ ਪ੍ਰਾਪਤ ਹੋਣਾ। ਆਓ ਧੰਨ ਛੇਵੇਂ ਪਾਤਸ਼ਾਹ ਕੀ ਬਚਨ ਕਰ ਰਹੇ ਹੈ ਕਿ ਆ ਦੇਵ ਲੋਕੋ, ਗੁਰਸਿੱਖਾਂ ਦੇ ਘਰ ਵਿੱਚ ਜਨਮ ਲਓ। ਅਸੀਂ ਜਿਹੜੀ ਧਰਮੀ ਸ਼ੂਰਬੀਰ ਯੋਧਿਆਂ ਦੀ ਫੌਜ ਤਿਆਰ ਕਰਾਂਗੇ, ਉਹਦੇ ਵਿੱਚ ਤੁਸੀਂ ਸਿਪਾਹੀ ਬਣ ਕੇ ਉਸ ਸੂਰਮਿਆਂ ਦੀ ਫੌਜ ਵਿੱਚ ਹਾਜ਼ਰ ਹੋਣਾ ਹੈ। ਬਲਵੰਤ ਮਲੇਸ਼ਨ ਸੰਗਰ ਮੈਂ, ਜਿਹੜੇ ਬੜੇ ਵੱਡੇ ਮਲੇਸ਼ ਬਲੀ ਹੈ ਨਾ, ਉਹਨਾਂ ਨੂੰ ਇੱਕ ਵਾਰੀ ਲੋਹੇ ਦੇ ਚਣੇ ਤਬਾ ਦੇਾਂਗੇ, ਲਾਹੌਰ ਦਿੱਲੀ ਦਾ ਤਖਤ ਕਮਾ ਦੇਾਂਗੇ। ਐਸਾ ਭਿਆਨਕ ਯੁੱਧ ਕਰਾਂਗੇ, ਆਯੁਧ ਕੇਰ ਪ੍ਰਹਾਰ ਕਰੋ। ਔਰ ਫਿਰ ਉਸ ਜੰਗ ਦੇ ਵਿੱਚ ਆ ਕੇ ਵੈਰੀਆਂ ਦੇ ਸਾਹਮਣੇ ਸ਼ਸਤਰਾਂ ਦੇ ਵਾਰ ਕਰਨੇ ਆ ਔਰ ਆਪਣੇ ਤਨ ਉੱਤੇ ਸਹਾਰਨੇ ਹਨ। ਉਤਸ਼ਾਹਤ ਹੋਇਆ ਕਰ, ਉਤਸ਼ਾਹਤ ਹੋਇਆ ਕਰਕੇ ਬਰ ਮੈਂ। ਔਰ ਮਹਾਰਾ ਕਹਿੰਦੇ ਪੂਰਨ ਉਤਸ਼ਾਹ ਦੇ ਨਾਲ, ਪ੍ਰਸੰਨਤਾ ਦੇ ਨਾਲ, ਔਰ ਮਨ ਵਿੱਚ ਕੋਈ ਲਾਲਸਾ ਨਹੀਂ ਰੱਖਣੀ, ਇੱਛਾ ਨਹੀਂ ਰੱਖਣੀ, ਕੋਈ ਫੁਰਨਾ ਨਹੀਂ ਹੋਰ ਰੱਖਣਾ। ਕੇਵਲ ਧਰਮ ਦੀ ਰੱਖਿਆ ਲਈ ਜੂਝਣ ਵਾਸਤੇ ਐ ਸਮੇਂ ਤੁਸੀਂ ਹਾਜ਼ਰ ਹੋਣਾ ਹੈ। ਫੇਰ ਬਿਆਨ ਕਰੈ ਸੁਰ ਲੋਗ, ਮਹਾਰਾ ਕਹਿੰਦੇ ਫੇਰ ਤੁਸੀਂ ਜਿੱਥੇ ਆਏ ਹੋ ਨਾ, ਹੁਣ ਵੀ ਦੇਵ ਲੋਕ ਵਿੱਚੋਂ ਹੀ ਆਏ ਹੋ, ਫੇਰ ਤੁਹਾਨੂੰ ਸੁਰ ਲੋਕ ਜਿਹੜਾ ਸਭ ਤੋਂ ਉਤਲਾ ਲੋਕ ਹੈ, ਸੱਚਖੰਡ ਦੇ ਵਿੱਚ ਭੇਜ ਦਿਆਂਗੇ। ਸੱਚਖੰਡ ਤੋਂ ਥੱਲੇ ਹੈ ਦੇਵ ਲੋਕ। ਮਹਾਰਾਜ ਕਹਿੰਦੇ ਦੇਵ ਲੋਕ ਦੇ ਵਿੱਚ ਜਦੋਂ ਪੁੰਨ ਹੈ ਉਹਨਾਂ ਚਿਰ ਨਿਵਾਸ ਮਿਲਦਾ, ਜਦੋਂ ਪੁੰਨ ਮੁੱਕ ਜਾਂਦੇ ਫਿਰ ਥੱਲੇ ਧੱਕ ਦਿੰਦੇ ਆ ਉਹਨਾਂ ਨੂੰ। ਪਰ ਸੱਚਖੰਡ ਦੇ ਵਿੱਚ ਨਹੀਂ। ਸੱਚਖੰਡ ਦੇ ਵਿੱਚ ਤਾਂ ਉਹ ਸੱਚਖੰਡੀ ਰੂਹਾਂ ਸਦਾ ਹੀ ਨਿਵਾਸ ਰੱਖਦੀਆਂ। ਫਿਰ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੀਆਂ। ਅਭੇਦ ਹੋਈਆਂ ਰੂਹਾਂ ਫਿਰ ਸਦੀਵ ਕਾਲ ਦੀ ਮੁਕਤੀ ਨੂੰ ਪ੍ਰਾਪਤ ਕਰ ਜਾਂਦੀਆਂ। ਔਰ ਅਭੇਦਤਾ ਤੋਂ ਪਹਿਲਾਂ ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵਾਹਿਗੁਰੂ ਜੀ ਆਗਿਆ ਵੀ ਕਰ ਦਿੰਦੇ ਆ ਕਿ ਜਾਓ ਮਾਤ ਲੋਕ ਤੇ ਮਨੁੱਖਾ ਤਨ ਧਾਰ ਕੇ ਤੁਸੀਂ ਇਹ ਸੇਵਾ ਵੀ ਕਰਨੀ। ਜਿਵੇਂ ਮਹਾਂਪੁਰਖਾਂ ਨੂੰ ਭੇਜਿਆ, ਗੁਰਸਿੱਖਾਂ ਨੂੰ ਭੇਜਿਆ। ਸੋ ਮਹਾਰਾਜ ਕਹਿੰਦੇ ਫੇਰ ਤੁਹਾਨੂੰ ਪਿਆਨਾ ਦੁਬਾਰਾ ਭੇਜ ਦਿਆਂਗੇ, ਸੱਚਖੰਡ ਦੇ ਵਿੱਚ ਚਲੇ ਜਾਇਓ। ਸੂਰਮਾ ਜਦੋਂ ਸਾਧ ਸੰਗਤ ਜੀ ਧਰਮ ਦੇ ਵਿੱਚ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਦਾ ਨਾ, ਸਰਬਲੋਕ ਗ੍ਰੰਥ ਦੇ ਅੰਦਰ ਦਸਮ ਪਿਤਾ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ। ਤਪੱਸਿਆ ਕਰਨ ਵਾਲੇ ਤਪਸਵੀ ਨੂੰ ਵੀ ਇੰਨੀ ਜਲਦੀ ਮੁਕਤੀ ਨਹੀਂ ਮਿਲਦੀ। ਕਈ ਜਨਮ ਨਹੀਂ ਕਈ ਵਾਰੀ ਤਪਸਵੀ ਨੂੰ ਮੁਕਤੀ ਮਿਲਦੀ ਜਿੰਨੀ ਜਲਦੀ ਸੂਰਮੇ ਨੂੰ
ਧਰਮ ਦੀ ਖਾਤਰ ਜੂਝਣ ਵਾਲੇ ਸ਼ਹੀਦ ਨੂੰ ਮੁਕਤੀ ਮਿਲ ਜਾਂਦੀ ਹੈ। ਸ਼ਹੀਦ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਿੱਧਾ ਸੱਚਖੰਡ ਦੇ ਵਿੱਚ ਜਾ ਕੇ ਨਿਵਾਸ ਪ੍ਰਾਪਤ ਕਰਦਾ। ਐਡਾ ਉੱਚਾ ਰੁਤਬਾ ਸ਼ਹੀਦਾਂ ਦਾ ਹੈ। ਸ਼ਹੀਦਾਂ ਦੀ ਐਡੀ ਉੱਚੀ ਗਮਤਾ ਹੈ, ਸ਼ਹੀਦਾਂ ਦਾ ਐਡਾ ਵੱਡਾ ਸਨਮਾਨ ਹੈ। ਪਰ ਜਿਹੜਾ ਸਾਰੇ ਫੁਰਨੇ, ਜੇ ਕੋਈ ਫੁਰਨਾ ਰਹਿ ਜਾਏ ਸ਼ਹਾਦਤ ਦੇਣ ਲੱਗਿਆ ਤਾਂ ਮਹਾਰਾਜ ਉਹਦਾ ਉਹ ਵੀ ਪੂਰਾ ਕਰ ਦਿੰਦੇ। ਪਰ ਸਾਧ ਸੰਗਤ ਜੀ, ਜੇ ਫੁਰਨੇ ਤੋਂ ਰਹਿਤ ਹੋ ਕੇ ਧਰਮ ਦਾ ਯੁੱਧ ਕਰਦਾ ਸ਼ਹੀਦ ਹੋ ਜਾਂਦਾ, ਫਿਰ ਉਹਨੂੰ ਸੱਚਖੰਡ ਵਿੱਚ ਥਾਂ ਮਿਲਦਾ। ਉਹਨੂੰ ਤਪੱਸਿਆ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਉਹ ਸ਼ਹਾਦਤ ਪ੍ਰਾਪਤ ਕਰਕੇ ਮੁਕਤ ਹੋ ਜਾਂਦਾ। ਉਹ ਗਮਤਾ, ਉਹ ਗਤੀ ਤਪਸਵੀ ਨੂੰ ਵੀ ਨਹੀਂ ਮਿਲਦੀ ਜਿਹੜੀ ਸ਼ਹੀਦ ਨੂੰ ਮਿਲ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੁਹਾਨੂੰ ਫਿਰ ਦੁਆਰਾ ਸੱਚਖੰਡ ਦੇ ਵਿੱਚ ਨਿਵਾਸ ਬਖਸ਼ ਦੇਵਾਂਗੇ। ਸੁਧਾਰ ਕਾ ਕਾਜ ਬਸੈ ਘਰ ਮੈਂ, ਔਰ ਆਪਣੇ ਸਾਰੇ ਕਾਰਜ ਕਹਿੰਦੇ ਪੂਰੇ ਕਰਕੇ ਫਿਰ ਸਾਧ ਸੰਗਤ ਜੀ ਆਪਣੇ ਘਰ ਸੱਚਖੰਡ ਵਿੱਚ ਜਾ ਕੇ ਬਸਿਓ। ਇੱਥੇ ਕਾਰਜ ਜਿਹੜੇ ਕਰਨੇ ਆ ਉਹ ਕਰਕੇ, ਡਿਊਟੀਆਂ ਪੂਰੀਆਂ ਕਰਕੇ ਫਿਰ ਸੱਚਖੰਡ ਵਿੱਚ ਵਾਸ ਪਾਉਣਾ ਹੈ। ਧੰਨ ਗੁਰੂ ਸਭ ਦੇਵ ਮਨੋਹਰ ਤੋਂ ਐਸੇ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਐਸੇ ਗੁਰਦੇਵ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਦੇਵਤਿਆਂ ਦਾ ਮਨ ਦਾ ਮਨੋਰਥ, ਮਨ ਦੀ ਇੱਛਾ ਪੂਰੀ ਕੀਤੀ ਹੈ। ਪੂਰਨ ਕੋ ਕਰਤਾ ਹਰ ਖਾਵਤ, ਦੇਵਤੇ ਪ੍ਰਸੰਨ ਹੈ ਕਿ ਅਕਾਲ ਪੁਰਖ ਦਾ ਪੂਰਨ ਸਰੂਪ ਹੈ ਗੁਰੂ ਹਰਗੋਬਿੰਦ ਸਾਹਿਬ, ਔਰ ਇਹਨਾਂ ਨੇ ਸਾਡੇ ਮਨ ਦਾ ਮਨੋਰਥ ਪੂਰਾ ਕਰ ਦਿੱਤਾ ਹੈ। ਇਸ ਕਰਕੇ ਬਹੁਤ ਪ੍ਰਸੰਨ ਚਿੱਤ ਹਨ। ਮਨ ਦਾ ਮਨੋਰਥ ਪੂਰਾ ਹੋ ਜਾਏ ਤਾਂ ਖੁਸ਼ੀ ਬਿਆਨ ਨਹੀਂ ਕਰਕੇ ਦੱਸੀ ਜਾ ਸਕਦੀ ਅਲਫਾਜ਼ ਵਿੱਚ। ਇਸ ਕਰਕੇ ਮਹਾਰਾਜ ਜੀ ਦੇ ਇਹ ਵਰਦਾਨ ਦੇਣ ਤੋਂ ਬੜੇ ਪ੍ਰਸੰਨ ਹਨ। ਸ਼ਾਂਤ ਕੀ ਪੰਜ ਸਰੀਰ ਧਰੇ, ਮਹਾਰਾਜ ਕਹਿੰਦੇ ਸ਼ਾਂਤੀ ਰੱਖਣ ਲਈ 5 ਜਾਮੇ ਧਾਰੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਡੇ ਪਿਤਾ ਜੀ ਤੱਕ ਇਹ 5 ਸ਼ਾਂਤ ਕੀ ਜਾਮੇ ਅਸੀਂ ਧਾਰਨ ਕੀਤੇ ਆ। ਸਤਨਾਮ ਸਨੇਹ ਮੈਂ ਸੇਵਕ ਲਾਭ, ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਕਰਨ ਵਿੱਚ ਜੋੜਨਾ ਹੈ। ਮਹਾਰਾਜ ਕਹਿੰਦੇ ਨਾਮ ਨਾਲ ਸਾਰਿਆਂ ਦਾ ਪ੍ਰੇਮ ਪੈਦਾ ਕਰਨਾ। ਇਹ ਕਹਿੰਦੇ ਨਾਮ ਜਪਣਾ, ਤੋਤਾ ਰਟਣਾ, ਇਹ ਸਿੱਖ ਥੋੜੋ ਹੈ। ਇਹਨਾਂ ਨੂੰ ਸਿੱਖਣਾ ਕਿਹਾ ਕਰੋ। ਇਹ ਸਿੱਖੀ ਦੇ ਔਰ ਕੌਮ ਦੇ ਸਭ ਤੋਂ ਵੱਡੇ ਘਾਤਕ ਹੈ। ਅਰਦਾਸ ਵਿੱਚ ਤਾਂ ਰੋਜ਼ ਇਹ ਦਾਤ ਮੰਗਦੇ, ਹੱਠੀਆਂ ਜਪੀਆਂ ਤਪੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਨੇ ਜਾਪ ਕੀਤਾ, ਜਿਨ੍ਹਾਂ ਨੇ ਤਪ ਕੀਤਾ, ਸੇਵਾ ਔਰ ਸਿਮਰਨ ਦੀ ਘਾਲਣਾ ਕੀਤੀ ਹੈ, ਜਿਨ੍ਹਾਂ ਨੇ ਧਰਮ ਲਈ ਪ੍ਰਪੱਖਤਾ ਰੱਖੀ ਹੈ, ਉਹਨਾਂ ਦਾ ਧਿਆਨ ਰੋਜ਼ ਧਾਰ ਕੇ ਉਹਨਾਂ ਤੋਂ ਅਗਵਾਈ ਲੈਣੀ ਹੈ। ਔਰ ਇਹ ਨਾਮ ਜਪਣ ਨੂੰ, ਬਾਣੀ ਪੜ੍ਹਨ ਨੂੰ ਤੋਤਾ ਰਟਣਾ ਆਖਦੇ ਆ। ਫਿਰ ਇਹ ਮਨਮੁਖੀ ਹੈ ਨਾ। ਇਹਨਾਂ ਨਾਲੋਂ ਵੱਡਾ ਮਨਮੁਖ ਕੌਣ ਹੈ? ਲਿਬਾਸ ਜ਼ਰੂਰ ਸਿੱਖਾਂ ਵਾਲਾ, ਪਰ ਇਹ ਭੇਖੀ ਲੋਕ ਹਨ। ਸੋ ਸਾਧ ਸੰਗਤ ਜੀ, ਇਸ ਲਈ ਮਹਾਰਾਜ ਕਹਿ ਰਹੇ ਆ ਕਿ 5 ਜਾਮਿਆਂ ਵਿੱਚ ਸਾਰਿਆਂ ਸੇਵਕਾਂ ਨੂੰ, ਗੁਰਸਿੱਖਾਂ ਨੂੰ ਨਾਮ ਨਾਲ ਪ੍ਰੇਮ ਵਿੱਚ ਲਾ ਕੇ ਨਾਮ ਜਪਾਉਣਾ ਹੈ। ਮਾਨਵ ਕੀਨ ਨਿਹਾਲ ਕਰੋੜਨ, ਕਰੋੜਾਂ ਮਨੁੱਖਾਂ ਨੂੰ ਨਿਹਾਲ ਕਰਨਾ, ਤਾਰਨਾ ਹੈ ਮਾਤ ਲੋਕ ਤੇ। ਸ੍ਰੀ ਪ੍ਰਭ ਕੇ ਉਮਗੈ ਗੁਣ ਗਾਵਤ, ਸਾਰੇ ਗੁਰਸਿੱਖ ਬੜੇ ਉਤਸ਼ਾਹ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣ, ਨਾਮ ਜਪਣ, ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲੱਗ ਜਾਣ। ਆਪਣੀ ਨਹੀਂ ਕਿਹਾ ਕਿ ਅਸੀਂ ਆਪਣੀ, ਕਹਿੰਦੇ ਸ੍ਰੀ ਪ੍ਰਭ ਜੋ ਸਾਰਿਆਂ ਤੋਂ ਸ਼੍ਰੋਮਣੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸ ਦੇ ਗੁਣ ਗਾਉਣ ਵਿੱਚ ਸਾਰਿਆਂ ਨੂੰ ਇਹ ਉਤਸ਼ਾਹ ਪੈਦਾ ਕਰਨਾ ਕਿ ਸਾਰੇ ਭਾਈ ਵਾਹਿਗੁਰੂ ਦੇ ਗੁਣ ਗਾਓ, ਪਰਮੇਸ਼ਰ ਦੀ ਭਗਤੀ ਕਰੋ। ਪੰਜ ਸਰੂਪ ਅਨੂਪ ਧਰੇ, ਐਸੇ 5 ਸਰੂਪ ਧਾਰਨ ਕੀਤੇ ਜਿਨ੍ਹਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਅਬ ਪੰਥ ਪ੍ਰਕਾਸ਼ ਕਰੋ ਰਿਪ ਕਹਾਵਤ, ਹੁਣ ਸ਼ੂਰਬੀਰ ਯੋਧੇ ਬਹਾਦਰਾਂ ਵਾਲਾ ਨਾਲ ਉਹਨਾਂ ਗੁਰਸਿੱਖਾਂ ਦੇ ਵਿੱਚ, ਭਗਤੀ ਭਾਵ ਵਾਲਿਆਂ ਵਿੱਚ, ਇਹ ਪੰਥ ਦੇ ਵਿੱਚ ਸੂਰਮਿਆਂ ਦਾ, ਸੂਰਬੀਰ ਯੋਧੇ ਬਹਾਦਰਾਂ ਨੂੰ ਪੈਦਾ ਕਰਨਾ ਜਿਹੜੇ ਵੈਰੀਆਂ ਦਾ ਨਾਸ਼ ਕਰਨਗੇ। ਹੋਰ ਮਹਾਕਲ ਕਾਲ ਵਿਖੈ, ਔਰ ਇਹ ਕਲ
युग दा बड़ा भयानक समा है। जुग आद की रूर मिर्जाद चलाई। आद तो लैके सारे युगां विच जो वाहिगुरु परमेश्वर ने मर्यादा चलाई है, पहले युगां तो लैके सतयुग तो लैके हुण तक बड़ी सुंदर मर्यादा वाहिगुरु दे हुक्म में चलती रही है धर्म दी। क्यों न चले सबके करता तुम, और उस वक्त क्यों न चला सबके करता तुम। उस वक्त महाराज सच्चे पातशाह कहने लगे कि भाई तुसी क्यों नहीं उस वाहिगुरु की चलाई मर्यादा चलते। भाव जेड़ी उन्हें मर्यादा चलाई है धर्म दी, उस धर्म की रखिया करने वास्ते तुसी भी चलो। भाव धर्म की रखिया जिहड़ी है वो सिर दे के होनी है, इसलिए क्यों ना तुसी भी सारे उस करता पुरख की मर्यादा चलाई होते चलो। आप भय जब आन सहाई, इस करके हुण तो आप वाहिगुरु सहाई हो के सहायता कर रहा है। देवन या सिफती कर दीर्घ, देवतियां वालों सतगुरु जी की बहुत महिमा की गई कि 5 स्वरूप तुसी धारण किते। जुगां जुगां तो धर्म की मर्यादा जिहड़ी चली आई उस दी तुसी रखिया कीती है कि महाराज हुण आप जी ने ही सहाई हो के धर्म की रखिया लई शूरवीर योधियां नूं बहादरां नूं पैदा करन दी मर्यादा दुनिया के अंदर गुरसिੱਖੀ पंथ विच स्थापित करनी है। ये सतगुरु जी की महिमा सारे देवतियां ने सतगुरु जी का जस किया है। देख स्वरूप सबै बल जाई, सारे सतगुरु जी का सुंदर रूप सुंदर दर्शनां नूं देख के बलिहार बलिहार जाते हैं। दुख निकंदन को कर बंधन, सारे पापां दा दुखां दा नाश करने वाले सारे देवतियां ने धन गुरु हरगोबिंद साहब जी नूं फेर मत्था टेकिया नमस्कार कीती है। आनंद कंद बिलंद कराई, आनंद दे घर धन गुरु हरगोबिंद साहब सच्चे पातशाह जी नूं सारे ने मिल के नमस्कारां बड़ी भावना दे नाल कीतियां, मत्था टेकिया, सतगुरां दीयां खुशियां प्राप्त कीतियां हन। सो साध संगत जी हुण समा अगे जाण दी आग्या नहीं दिंदा। जिथे जिथे अमर संचार रखे हुए है वो सारा जिक्र सत्कार जो दमदमी टकसाल के महान प्रसिद्ध कथावाचक विद्वान ज्ञानी परविंदरपाल सिंह जी बुट्टर श्री मुखवाद तो बाद अगले समागमां ते अमर संचार के समागमां का सारा बेरवा बेनती रूप दे संगतां दे चरनां विच अर्ज करनगे। सो भाई जिन्हां ने अजे तक खंडे बाटे का अमृत नहीं छकिया मन बनाओ खंडे बाटे का अमृत छको। जिहड़े नशियां दा सेवन करदे नशियां दा त्याग करो। जिन्हां ने केस कटाए साफ सूरत केस रखो। पूरे गुरु धन श्री गुरु ग्रंथ साहब जी दे लड़ ला के जीवन सफल करो। जदों साध संगत जी तुर के इस धरती ते आए ना पहलियां समयां विच ये प्रातन सिंह बचन सुनाया करदे। पुराने सिंघां कोल दास ने बचन आप छोटी उम्र विच सुनिया। कहते उन्होंने जिहड़े धार्मिक मुखी सन उन्होंने एक गल विशेष रूप दे विच एक ब्योंत बनाई कि जिहड़े हिंदुस्तान के पिंड या शहर हुंदे सन इन्हां पिंडां दे विच हज़ारां दी गिनती दे विच एक विशेष टीम बना के उन्हां लोकां दी ड्यूटी लाई जिहड़े मुसलमान पूरे अपने धर्म विच प्रपक्क हुंदे। और उन्होंने जदों सुबह लोगों ने उठना उठन तो पहला पहला पिंडां दे बाहर उन्होंने सारियां नूं छड्ड के जाया करते कि तुसी जदों पिंड तो मामा बाहर आउण क्रिया कर्म करने वास्ते तुसी सारियां ने अल्लाह अल्लाह करदिआं उन्हां मामा दे मत्थे लग के वो घंटा अद्धा घंटा समा वापस आ जाना पिंडां दे पिंडां विच। उन्हां दी देखो ये बड़ी कुटल नीति सी उन्हां लोकां दी। उन्हां दे मन विच भावना भी सी ख्याल भी सी। उन्हां दे फकीरां ने उन्हां नूं दस्सिया कहंदे जेहड़ियां मावां दी कुख विच बच्चे है ना जदों मुसलमान अल्लाह अल्लाह करदे उन्हां दे मत्थे लगणगे वो बच्चे जन्म तो बाद मुसलमान धर्म अंगीकार करनगे।
ਸੰਸਕਾਰਾਂ ਦਾ ਇੰਨਾ ਪ੍ਰਭਾਵ ਹੁੰਦਾ, ਇੰਨਾ ਅਸਰ ਹੁੰਦਾ। ਅੱਜ ਜਿਹੜੇ ਹਿੰਦੂਆਂ ਤੋਂ ਮੁਸਲਮਾਨ ਬਣ ਗਏ, ਉਹਦੇ ਵਿੱਚ ਉਹਨਾਂ ਲੋਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਅੱਜ ਉਹਨਾਂ ਨੂੰ ਲੱਖ ਯਤਨ ਕਰ ਲੈਣ, ਮਾਰ ਲੈਣ, ਕੁੱਟ ਲੈਣ, ਜੋ ਮਰਜ਼ੀ ਜ਼ੁਲਮ ਕਰ ਲੈਣ ਹਿੰਦੂ, ਉਹ ਮੁਸਲਮਾਨ ਧਰਮ ਨਹੀਂ ਕਦੇ ਛੱਡਣਗੇ, ਪੀੜ੍ਹੀਆਂ ਤੋਂ ਲੈ ਕੇ। ਇਹ ਉਹਨਾਂ ਦੇ ਧਾਰਮਿਕ ਆਗੂਆਂ ਨੇ ਇੱਕ ਲਹਿਰ ਚਲਾਈ ਸੀ ਸਦੀਆਂ ਪਹਿਲਾਂ ਇਸ ਧਰਤੀ ਦੇ ਉੱਤੇ। ਔਰ ਉਹਨਾਂ ਦੇ ਜਦੋਂ ਉਹਨਾਂ ਦੇ ਪਰਿਵਾਰਾਂ 'ਚ ਮਾਵਾਂ ਬੀਬੀਆਂ ਗਰਭ ਧਾਰਨ ਕਰਦੀਆਂ, ਉਹਨਾਂ ਦੀ ਵਿਸ਼ੇਸ਼ ਹਦਾਇਤ ਹੁੰਦੀ ਹੈ ਕਿ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਪਾਸ ਹਦੀਸਾਂ ਦਾ, ਕੁਰਾਨ ਦਾ ਪਾਠ ਕਰਨਾ, ਵਿਸ਼ੇਸ਼ ਰੂਪ ਦੇ ਵਿੱਚ ਨਮਾਜ਼ਾਂ ਪੜ੍ਹਨੀਆਂ ਕਿ ਬੱਚਾ ਜਨਮ ਤੋਂ ਲੈ ਕੇ ਆਪਣੇ ਮੁਸਲਮਾਨ ਇਸਲਾਮ ਧਰਮ ਵਿੱਚ ਪ੍ਰਪੱਕ ਹੋਵੇ। ਮੱਥੇ ਲੱਗਣ ਦੀ ਵੀ ਐਡਾ ਵੱਡਾ ਉਹ ਫਰਕ, ਐਡਾ ਵੱਡਾ ਕਾਰਨ ਉਹ ਲੋਕ ਸਮਝਿਆ ਕਰਦੇ ਸਨ। ਤੇ ਖਾਲਸਾ ਜੀ, ਆਪਾਂ ਨੂੰ ਵੀ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਗੁਰਸਿੱਖ ਪਰਿਵਾਰਾਂ ਦੇ ਵਿੱਚ, ਸਾਡੇ ਘਰਾਂ ਵਿੱਚ ਜਦੋਂ ਬੱਚੇ ਜਨਮ ਲੈਣ ਤੋਂ ਪਹਿਲਾਂ ਸਾਡੀਆਂ ਮਾਵਾਂ ਨੂੰ ਵੱਧ ਤੋਂ ਵੱਧ ਬਾਣੀ ਪੜ੍ਹਨੀ, ਗੁਰੂ ਘਰ ਜਾਣਾ, ਸੰਗਤ ਕਰਨੀ, ਸੇਵਾ ਕਰਨੀ। ਵਿਰਲੀਆਂ ਮਾਵਾਂ ਰਹਿ ਗਈਆਂ ਜਿਹੜੀਆਂ ਮਾਵਾਂ ਗੁਰੂ ਘਰ ਸਵੇਰੇ ਉੱਠ ਕੇ ਆਉਂਦੀਆਂ, ਬਾਣੀ ਪੜ੍ਹਦੀਆਂ ਜਾਂ ਸੇਵਾ ਕਰਦੀਆਂ। ਮਾਤਾ ਪਿਤਾ ਨੂੰ ਚੰਗੇ ਗੁਰਸਿੱਖ ਬੱਚੇ ਪੈਦਾ ਕਰਨ ਲਈ ਸਾਨੂੰ ਜ਼ਰੂਰ ਇਹ ਘਾਲਣੀ ਪੈਣੀ ਹੈ, ਨਹੀਂ ਗੱਲ ਨਹੀਂ ਬਣਦੀ। ਇਹ ਜਿਹੜੀਆਂ ਪਿਛਲੇ ਸਮਿਆਂ 'ਚ ਪਵਿੱਤਰ ਰੂਹਾਂ ਆਈਆਂ, ਇਹ ਸਾਡੇ ਧਰਮੀ ਮਾਤਾ ਪਿਤਾ ਦੀ ਘਾਲਣਾ ਹੈ, ਉਹਨਾਂ ਦਾ ਯੋਗਦਾਨ ਹੈ। ਤਾਂ ਏਡੇ ਏਡੇ ਗੁਰਸਿੱਖ ਬਹਾਦਰ ਯੋਧੇ ਮਹਾਂਪੁਰਖ ਨਾਮ ਜਪਣ ਵਾਲੀਆਂ ਰੂਹਾਂ ਸੰਤ ਇਸ ਪੰਥ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਐਡਾ ਵੱਡਾ ਕੌਮ ਦੀ ਬੜੀ ਵੱਡੀ ਸੇਵਾ ਕੀਤੀ ਸੀ। ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਜਦੋਂ ਉਹਨਾਂ ਦਾ ਸਮਾਂ ਸੀ, ਜਦੋਂ ਉਹਨਾਂ ਨੇ ਆ ਕੇ ਸਿੱਖ ਜਗਤ ਦੀ ਸੇਵਾ ਕੀਤੀ, ਉਦੋਂ ਆਰੀਆ ਸਮਾਜੀਆਂ ਨੇ ਇੱਕ ਐਸੀ ਲਹਿਰ ਚਲਾਈ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਉਹਨਾਂ ਨੇ ਆਰੀਆ ਸਮਾਜ ਬਣਾ ਕੇ ਹਿੰਦੂਆਂ ਦੇ ਵਿੱਚ ਭਾਵ ਤਬਦੀਲ ਕਰ ਦਿੱਤਾ ਸੀ। ਇਹ ਸੰਤ ਬਾਬਾ ਸਿੱਖ ਰਾਜ ਤੋਂ ਬਾਅਦ ਜਦੋਂ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਗਿਆ, ਉਦੋਂ ਬੜੀਆਂ ਵੱਡੀਆਂ ਗਿਰਾਵਟਾਂ ਆਈਆਂ। ਤਾਂ ਉਦੋਂ ਸਾਡੇ ਮਹਾਂਪੁਰਖਾਂ ਨੇ, ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਧੰਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਇਹਨਾਂ ਮਹਾਤਮਾ ਨੇ ਲੱਕ ਬੰਨ੍ਹ ਕੇ ਕੌਮ ਦੀ ਸੇਵਾ ਕੀਤੀ। ਤਾਂ ਕਿਤੇ ਜਾ ਕੇ ਸਿੱਖੀ ਦੀ ਬਹੁਤ ਵੱਡੀ ਲਹਿਰ ਚੱਲੀ। ਫਿਰ ਸਿੰਘਾਂ ਨੇ ਅੱਗੇ ਸਿੰਘ ਸਭਾ ਲਹਿਰ ਚਲਾਈ, ਗੁਰਧਾਮਾਂ ਦੀ ਆਜ਼ਾਦੀ ਲਈ ਗੁਰਦੁਆਰਾ ਸੁਧਾਰ ਲਹਿਰ ਚਲਾਈ। ਬੜੀਆਂ ਕੁਰਬਾਨੀਆਂ ਕੌਮ ਦੀਆਂ ਹੋਈਆਂ, ਤਾਂ ਕਿਤੇ ਸਾਡੀ ਹੋਂਦ ਬਚੀ। ਜਿਵੇਂ ਗਿਆਨੀ ਜੀ ਨੇ ਕੱਲ ਕਿਹਾ ਸੀ ਨਾ, ਗਿਆਨੀ ਜੀ ਬੁੱਟਰ ਨੇ, ਕਿ ਸਾਨੂੰ ਜਦੋਂ ਮਾਰਿਆ ਜਾਂਦਾ ਸੀ ਉਦੋਂ ਅਸੀਂ ਨਹੀਂ ਮੁੱਕੇ, ਸਾਡਾ ਨੁਕਸਾਨ ਨਹੀਂ ਹੋਇਆ। ਅੱਜ ਸਾਨੂੰ ਬਹੁਤ ਭਿਆਨਕ ਖਤਰਾ ਕਿ ਅੱਜ ਸਾਡੇ ਭੇਖ ਵਿੱਚ ਹੀ ਪੈਦਾ ਹੋ ਕੇ ਨਾ, ਸਾਨੂੰ ਅੱਜ ਸਾਡੇ ਸਿਧਾਂਤਾਂ ਨੂੰ, ਸਾਡੀਆਂ ਜਿਹੜੀਆਂ ਪਰੰਪਰਾ ਦੀਆਂ ਲਾਮਿਸਾਲ ਸੁਨਹਿਰੀ ਕਦਰਾਂ ਕੀਮਤਾਂ, ਸਾਡਾ ਇਤਿਹਾਸ ਹੈ, ਸਾਡੀ ਹੋਂਦ ਹੈ, ਉਹਨੂੰ ਚੁਣੌਤੀ ਦੇ ਕੇ ਲੋਕ ਖਤਮ ਕਰਨਾ ਚਾਹੁੰਦੇ ਆ। ਮਨਸ਼ਾ ਇਹ ਹੈ ਕਿ ਸਿੱਖ ਕੌਮ ਨੂੰ ਖਤਮ ਕਰ ਦੇਵੇ। ਇਸ ਲਈ ਇਹਨਾਂ ਲੋਕਾਂ ਤੋਂ ਅੱਜ ਸਾਵਧਾਨ ਹੋਣ ਦੀ ਲੋੜ ਹੈ। ਬਾਣੀ ਵੱਧ ਤੋਂ ਵੱਧ ਪੜ੍ਹੀਏ, ਸੰਗਤ ਵੱਧ ਤੋਂ ਵੱਧ ਕਰੀਏ, ਪੂਰਨ ਸ਼ਰਧਾ ਵਿਸ਼ਵਾਸ ਆਪਣੇ ਸਤਿਗੁਰੂ ਤੇ ਦ੍ਰਿੜਤਾ ਨਾਲ ਭਰੋਸਾ ਰੱਖੀਏ, ਤਾਂ ਕਿ ਸਾਡੇ ਮਾਤਾ ਪਿਤਾ ਬਾਣੀ ਪੜ੍ਹਨਗੇ, ਸੇਵਾ ਕਰਨਗੇ, ਤਾਂ ਗੁਰਸਿੱਖ ਮਹਾਂਪੁਰਖ ਸਾਡੀਆਂ ਮਾਵਾਂ ਦੇ ਘਰਾਂ ਦੇ ਅੰਦਰ ਬੱਚੇ ਜਨਮ ਲੈਣਗੇ ਤੇ ਆਉਣ ਵਾਲੇ ਸਾਡੀ ਕੌਮ ਦੀ ਸੇਵਾ ਕਰਨਗੇ। ਇਸ ਲਈ ਤਾਂ ਇਹ ਮੈਂ ਬਚਨ ਬੇਨਤੀ ਸੁਭਾਵਿਕ ਯਾਦ ਆਈ, ਆਪਾਂ ਨੂੰ ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ। ਇਹ ਬੇਨਤੀ ਸਾਧ ਸੰਗਤ ਜੀ ਜ਼ਰੂਰੀ ਹੈ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਬਚਾ ਸਕਦੇ ਹਾਂ, ਸਿੱਖੀ ਦੇ ਵਿੱਚ ਕਿਵੇਂ ਪ੍ਰਪੱਕ ਰੱਖ ਸਕਦੇ ਹਾਂ, ਕਿਵੇਂ ਜਿਹੜੀਆਂ ਕੌਮ ਮਾਰੂ ਨੀਤੀਆਂ ਉਹਨਾਂ ਦਾ ਮੁਕਾਬਲਾ ਅਸੀਂ ਕਿਵੇਂ ਕਰ ਸਕਦੇ ਹਾਂ। ਇਹਦੇ ਲਈ ਹਰ ਗੁਰਸਿੱਖ ਨੂੰ ਅੱਜ ਚਿੰਤਤ ਹੋਣ ਦੀ ਲੋੜ ਹੈ। ਇਹ ਦਾਸ ਦੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ।
और 6 जून ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਹਾਂਪੁਰਖਾਂ ਦਾ ਤੇ ਸਮੂਹ ਸ਼ਹੀਦਾਂ ਦਾ ਸ਼ਹੀਦੀ ਸਮਾਗਮ ਹੋਣਾ। ਅੰਮ੍ਰਿਤ ਵੇਲੇ 8 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਹੁੰਦੀ ਹੈ। ਉੱਥੇ ਵੀ ਬਹੁਤ ਭਾਵਨਾ ਵਾਲੀਆਂ ਸੰਗਤਾਂ ਹਾਜ਼ਰੀ ਭਰਦੀਆਂ ਹਨ। ਉਸ ਤੋਂ ਉਪਰੰਤ ਆਪਾਂ ਜਿਸ ਸਥਾਨ ਤੇ ਰਹਿ ਕੇ ਮਹਾਂਪੁਰਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਦੀ ਬਖਸ਼ਿਸ਼ ਹੋਈ, ਜਿੱਥੇ ਉਹਨਾਂ ਨੇ ਜਿਸ ਸਥਾਨ ਨੂੰ ਆਪਣਾ ਘਰ ਬਣਾ ਕੇ ਦਮਦਮੀ ਟਕਸਾਲ ਦੇ ਕੇਂਦਰ ਵਜੋਂ ਰੱਖਿਆ, ਜਿੱਥੇ ਉਹਨਾਂ ਦੀ ਗ੍ਰਿਫਤਾਰੀ ਵੇਲੇ 2 ਦਰਜਨ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਔਰ ਜਿਸ ਸਥਾਨ ਤੋਂ ਜਾ ਕੇ ਧਰਮ ਯੁੱਧ ਮੋਰਚਾ ਲਾਇਆ, ਉਹ ਸਥਾਨ ਉਹਨਾਂ ਮਹਾਂਪੁਰਖਾਂ ਦਾ ਸਾਡੇ ਸ਼ਹੀਦਾਂ ਦਾ ਸਥਾਨ ਹੈ। ਅਸੀਂ ਉੱਥੇ ਪੂਰੀ ਸ਼ਰਧਾ ਨਾਲ 6 ਜੂਨ ਨੂੰ ਸ਼ਹੀਦੀ ਸਮਾਗਮ ਸਾਰੀ ਸੰਗਤ ਨੇ ਰਲ ਕੇ ਮਨਾਉਣਾ। ਮੈਂ ਹਰ ਸਮਾਗਮ ਵਿੱਚ ਹੀ ਬੇਨਤੀ ਕਰਦਾ, ਮਾਝੇ ਦੀ ਧਰਤੀ ਤੇ 2 ਵੱਡੇ ਘੱਲੂਘਾਰੇ ਕੌਮ ਨਾਲ ਹੋਏ। ਇੱਕ ਤਾਂ ਆਪਣੇ ਨੇੜੇ ਕਾਹਨੂੰ ਮਾਣ ਦਾ ਸ਼ਮ, ਦੂਸਰਾ ਸਾਧ ਸੰਗਤ ਦੀ ਜੂਨ 84 ਦਾ ਘੱਲੂਘਾਰਾ ਸਾਡੀ ਧਰਤੀ ਤੇ ਹੋਇਆ। ਇਹਨਾਂ ਨੂੰ ਮਨਾਉਣਾ, ਇਹਨਾਂ ਘੱਲੂਘਾਰਿਆਂ ਵਿੱਚ ਹਾਜ਼ਰੀ ਭਰਨੀ ਸਾਡਾ ਬਹੁਤ ਵੱਡਾ ਫਰਜ਼ ਬਣਦਾ। ਸੋ 6 ਜੂਨ ਨੂੰ ਸਾਰੇ ਨਗਰ ਦੀ ਇਲਾਕੇ ਦੀ ਸੰਗਤ ਨੇ ਭਾਈ ਹੁਮ ਹਮਾ ਕੇ ਦਰਸ਼ਨ ਦੇਣੇ ਹੈ। ਇਹ ਦਾਸ ਦੀ ਬੇਨਤੀ ਤੁਸੀਂ ਪ੍ਰੇਮ ਨਾਲ ਪ੍ਰਵਾਨ ਕਰਨੀ। ਮੈਂ ਜਿੱਥੇ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ, ਉੱਥੇ ਸੰਤ ਬਾਬਾ ਸਤਨਾਮ ਸਿੰਘ ਜੀ ਜਫਰਵਾਲ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਘੋੜੇਵਾਹ ਵਾਲੇ, ਜਥੇਦਾਰ ਭਾਈ ਰਤਨ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਜਥੇਦਾਰ ਬਾਬਾ ਕਿਰਪਾ ਸਿੰਘ ਜੀ, ਜਥੇਦਾਰ ਬਾਬਾ ਸੁਲੱਖਣ ਸਿੰਘ ਜੀ ਮਰਾਦਪੁਰਾ, ਗਿਆਨੀ ਅਮਨਦੀਪ ਸਿੰਘ ਜੀ, ਭਾਈ ਸੁੱਚਾ ਸਿੰਘ ਜੀ, ਹੋਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭਾਈ ਸੰਤੋਖ ਸਿੰਘ ਜੀ ਸੋਢ ਸਾਹਿਬ ਦਾ, ਸਭ ਦਾ ਹੀ ਬਹੁਤ ਧੰਨਵਾਦ। ਉਚੇਚੇ ਤੌਰ ਤੇ ਗਿਆਨੀ ਜੀ ਧੰਨਵਾਦ ਕਰਨਗੇ ਸਾਰਿਆਂ ਦਾ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਦੇਵਨ ਜੋ ਸਿਫਤੀ ਕਰ ਦੀਰਗ ਦੇਖ ਸਰੂਪ ਸਭੈ ਬਲ ਜਾਈ, ਦੋਖਨ ਕੰਦਨ ਕੋ ਕਰ ਬੰਦਨ ਆਨੰਦ ਕੰਦ ਬਿਲੰਦ ਕਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ